दोहरा अकबर दुर्ग चितौड़ को टुटियो न करते जंग। श्री सतगुर टिग नार पठियो बहुत बेनती संग। वाहिगुरु जी का खालसा वाहिगुरु जी की फतेह। परम सत्कार योग सन्मान योग गुरु का खास रूप गुरु खालसा साध संगत वड्डे भाग हन। गरीब नवाज दया निध सतगुरु धन धन श्री गुरु ग्रंथ साहिब जी महाराज पातशाह जी दे पवित्र पावन चरणा कमलों अंदर संध्या वेले दे सजे हुए दीवाना विच निता प्रति हाजरियां भर के एकत्र हो के सतगुरां दा पावन पवित्र इतिहास गुरु अमरदास साहिब जी महाराज जी दी पावन जीवन कथा बहुत ही अदब सत्कार शरधा नाल सरवण कर रहे हो। कृपालू दयालु पातशाह श्री गुरु अमरदास जी महाराज श्री गोइंदवाल साहब विखे बौली साहब की सेवा करवा रहे ने। एक वैष्णव मत का धारनी हरि भगत ਇਹਦਾ ਨਾਂ इतिहास ਵਿੱਚ ਮਾਈ ਦਾਸ ਆਇਆ ਹੈ। ਮਾਈ ਦਾਸ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਆਇਆ ਹੈ। ਸਤਿਗੁਰੂ ਜੀ ਦੇ ਦਰਸ਼ਨ ਕੀਤੇ ਨੇ ਜੋ ਆਪਣੇ ਮਨ ਦੇ ਵਿੱਚ ਪਹਿਲਾਂ ਕਲਪਨਾ ਕਰਕੇ ਆਇਆ ਸੀ ਕਿ ਜੇ ਸਤਿਗੁਰੂ ਜੀ ਸਰਬ ਕਲਾ ਸਮਰੱਥ ਨੇ ਤੇ ਜਿਹੋ ਜਿਹਾ ਸਰੂਪ ਮੈਂ ਆਪਣੇ ਹਿਰਦੇ 'ਚ ਧਿਆਨ ਧਾਰਦਾ ਉਸੇ ਸਰੂਪ 'ਚ ਗੁਰੂ ਜੀ ਮੈਨੂੰ ਦਰਸ਼ਨ ਦੇਣ। ਇਹਦੇ ਮਨ ਦੀ ਭਾਵਨਾ ਵੇਖ ਕੇ ਸਤਿਗੁਰਾਂ ਨੇ ਉਸੇ ਸਰੂਪ 'ਚ ਇਹਨੂੰ ਦਰਸ਼ਨ ਦਿੱਤੇ ਨੇ। ਦਇਆ ਕਰਕੇ ਕਿਰਪਾ ਕਰਕੇ ਸਿਰ ਤੇ ਹੱਥ ਰੱਖਿਆ ਹੈ ਔਰ ਇਹਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋਇਆ। ਮਾਈ ਦਾਸ ਨੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੀ ਉਪਮਾ ਦਾ ਸਤੋਤਰ ਗਾਇਆ ਕਿ ਹੇ ਤਿੰਨਾਂ ਲੋਕਾਂ ਦੇ ਮਾਲਕ ਤੁਸੀਂ ਆਪ ਹੀ ਸੰਸਾਰ ਨੂੰ ਪੈਦਾ ਕਰਨ ਵਾਲੇ ਪਾਲਣ ਵਾਲੇ ਹੋ ਔਰ ਸੰਘਾਰ ਕਰਨ ਵਾਲੇ ਹੋ। ਤੁਹਾਡੇ ਵਿੱਚੋਂ ਹੀ ਸਾਰਾ ਕੁਝ ਪੈਦਾ ਹੁੰਦਾ ਤੁਹਾਡੇ ਵਿੱਚ ਹੀ ਸਿਮਟ ਜਾਂਦਾ ਹੈ। ਇਸ ਤਰ੍ਹਾਂ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਦੀ ਉਪਮਾ ਕੀਤੀ। ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਤੁਹਾਨੂੰ ਇੱਕ ਗੁਰਮੁਖ ਨਾਲ ਮਿਲਣਾ ਹੈ, ਕੁਝ ਦਿਨ ਤੁਸੀਂ ਇੱਥੇ ਹੀ ਰਹੋ। ਉਧਰ ਬੌਲੀ ਸਾਹਿਬ ਦੀ ਸੇਵਾ ਹੋ ਰਹੀ ਸੀ ਤੇ ਜਦੋਂ ਪਾਣੀ ਤੱਕ ਖੁਦਾਈ ਪਹੁੰਚੀ ਹੈ ਤੇ ਥੱਲੇ ਇੱਕ ਪੱਥਰ ਦਾ ਕੜ ਆਇਆ ਹੈ। ਸਿੱਖਾਂ ਨੇ ਬੜੀ ਮਿਹਨਤ ਕੀਤੀ ਪਰ ਉਹ ਕੜ ਟੁੱਟ ਨਹੀਂ ਰਿਹਾ, ਉਹ ਕੜ ਭੱਜ ਨਹੀਂ ਰਿਹਾ। ਤੋ ਉਸ ਵਕਤ ਸਿੱਖਾਂ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਮਹਾਰਾਜ ਪਾਣੀ ਤੱਕ ਖੁਦਾਈ ਪਹੁੰਚ ਚੁੱਕੀ ਹੈ ਪਰ ਥੱਲੇ ਇੱਕ ਇਹੋ ਜਿਹਾ ਕੜ ਆਇਆ ਪੱਥਰ ਦਾ ਵੀ ਉਹ ਟੁੱਟ ਨਹੀਂ ਰਿਹਾ। ਸਤਿਗੁਰਾਂ ਨੇ ਬਚਨ ਕੀਤਾ। ਮਾਣਕ ਚੰਦ ਲਾਗੇ ਬੈਠਾ ਸੀ। ਮਾਣਕ ਚੰਦ ਜੀ ਤੁਸੀਂ ਜਾਓ ਤੇ ਇਹ ਵਦਾਨ ਇਹ ਕਣ ਹੱਥ ਵਿੱਚ ਲਓ ਤੇ ਜਾ ਕੇ ਮਾਰੋ ਤੇ ਕੜ ਟੁੱਟ ਜਾਏਗਾ। ਜਦੋਂ ਸਤਿਗੁਰਾਂ ਨੇ ਮਾਣਕ ਚੰਦ ਦੀ ਪਿੱਠ ਤੇ ਥਾਪੜਾ ਦਿੱਤਾ ਬੜਾ ਬਲ ਆ ਗਿਆ ਤੇ ਬੌਲੀ ਸਾਹਿਬ ਦੇ ਵਿੱਚ ਪ੍ਰਵੇਸ਼ ਕਰਕੇ ਜਦੋਂ ਉਸ ਘਣ ਦੇ ਨਾਲ ਵਾਰ ਕੀਤਾ ਘਣ ਜ਼ੋਰ ਨਾਲ ਮਾਰਿਆ ਤੇ ਕੜ ਟੁੱਟਾ ਤੇ ਇੱਕਦਮ ਪਾਣੀ ਦੀ ਫੁਹਾਰ ਉਹ ਅੰਦਰੋਂ ਫੁੱਟੀ। ਅੰਦਰੋਂ ਪਾਣੀ ਦਾ ਫੁਹਾਰਾ ਚਸ਼ਮਾ ਚੱਲਿਆ ਤੇ ਇੰਨੀ ਤੇਜ਼ੀ ਨਾਲ ਪਾਣੀ ਆਇਆ ਕਿ ਮਾਣਕ ਚੰਦ ਜੀ ਉਸੇ ਪਾਣੀ 'ਚ ਡੁੱਬ ਗਏ ਔਰ ਉਹਨਾਂ ਦੇ ਪ੍ਰਾਣ ਉੱਡਣ ਪੰਖੇਰੂ ਹੋ ਗਏ। ਸਤਿਗੁਰਾਂ ਨੂੰ ਸਿੱਖਾਂ ਨੇ ਆ ਕੇ ਦੱਸਿਆ ਮਹਾਰਾਜ ਮਾਣਕ ਚੰਦ ਜੀ ਦੀ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ। ਮਹਾਰਾਜ ਜੀ ਨੇ ਬਚਨ ਕੀਤਾ ਮਾਣਕ ਕਦੇ ਨਹੀਂ ਮਰਿਆ ਕਰਦੇ, ਉਹਨਾਂ ਨੂੰ ਸਾਡੇ ਕੋਲ ਲਿਆਓ। ਜਦੋਂ ਆਪਣਾ ਚਰਨ ਮਾਣਕ ਚੰਦ ਦੇ ਮੱਥੇ ਨੂੰ ਛੁਆਇਆ
ਮਾਣਕ ਚੰਦ ਜੀ ਸੁਰਜੀਤ ਹੋ ਕੇ ਉੱਠ ਕੇ ਬੈਠ ਗਏ, ਮਾਨੋ ਜਿਵੇਂ ਸੁੱਤੇ ਪਏ ਜਾਗ ਕੇ ਬੈਠੇ ਹੋਣ। ਸਤਿਗੁਰਾਂ ਨੇ ਬਚਨ ਕੀਤਾ, ਇਹਦਾ ਨਾਂ ਅੱਜ ਤੋਂ ਬਾਅਦ ਭਾਈ ਜੀਵੜਾ ਹੈ। ਜੀਵੜਾ ਨਾਂ ਰੱਖਿਆ ਗਰੀਬ ਨਵਾਜ ਪਾਤਸ਼ਾਹ ਨੇ। ਮਾਈ ਦਾਸ ਨੂੰ ਆਖਿਆ ਵੀ ਤੁਸੀਂ ਹੁਣ ਇਹਨਾਂ ਦੀ ਸੰਗਤ ਕਰਨੀ ਹੈ। ਦੋਹਾਂ ਤੇ ਕਿਰਪਾ ਦ੍ਰਿਸ਼ਟੀ ਕਰਕੇ ਸਤਿਗੁਰਾਂ ਨੇ ਦੋਹਾਂ ਨੂੰ ਕਿਹਾ ਵੀ ਜਾਓ ਆਪਣੇ ਨਗਰ ਵਿੱਚ ਜਾ ਕੇ ਪ੍ਰਚਾਰ ਕਰੋ। ਜਿਹੜੇ ਤੁਹਾਡੇ ਨਾਲ ਜੁੜਨਗੇ ਮਾਈ ਦਾਸ ਜੀ, ਉਹਨਾਂ ਦਾ ਨਾਂ ਭਗਤੀਆਂ ਦੀ ਸੰਪਰਦਾ ਹੋਵੇਗੀ, ਉਹਨਾਂ ਨੂੰ ਭਗਤੀਏ ਕਿਹਾ ਜਾਏਗਾ। ਤੋ ਸਤਿਗੁਰਾਂ ਦੇ ਕੋਲੋਂ ਆਗਿਆ ਲੈ ਕੇ ਵਿਦਾਇਗੀ ਲੈ ਕੇ ਗਏ। ਦੋਵੇਂ ਇਕੱਠੇ ਰਹਿੰਦੇ, ਭਾਈ ਮਾਣਕ ਚੰਦ ਜੀਵੜਾ ਜੀ ਵੀ ਔਰ ਭਾਈ ਮਾਈ ਦਾਸ ਜੀ ਵੀ ਗੁਰਸਿੱਖੀ ਦਾ ਪ੍ਰਚਾਰ ਕਰ ਰਹੇ ਨੇ। ਵਿਸਾਖੀ ਤੇ ਜਾਂ ਕੋਈ ਜੋੜ ਮੇਲਾ ਹੁੰਦਾ ਤੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਗੋਇੰਦਵਾਲ ਸਾਹਿਬ ਜ਼ਰੂਰ ਆਉਂਦੇ ਨੇ ਔਰ ਸਾਹਿਬਾਂ ਦੇ ਦਰਸ਼ਨ ਪਰਸ ਕੇ ਵਾਪਸ ਚਲੇ ਜਾਂਦੇ ਹਨ। ਇਸ ਪ੍ਰਕਾਰ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਗੁਰਸਿੱਖੀ ਦਾ ਬੜਾ ਭਾਰੀ ਪ੍ਰਚਾਰ ਪ੍ਰਸਾਰ ਕਰ ਰਹੇ ਨੇ। ਇਧਰ ਬਾਦਸ਼ਾਹ ਅਕਬਰ ਜੋ ਉਸ ਵੇਲੇ ਸਤਿਗੁਰਾਂ ਦਾ ਸਮਕਾਲੀ ਬਾਦਸ਼ਾਹ ਸੀ, ਹਿੰਦੁਸਤਾਨ ਦੇ ਤਖਤ ਤੇ ਬੈਠਾ ਹੋਇਆ ਹੈ। ਇਹਦਾ ਗੁਰੂ ਘਰ ਨਾਲ ਮੇਲ ਕਿਵੇਂ ਹੋ ਰਿਹਾ ਹੈ, ਉਹਦਾ ਕੁਝ ਕਾਰਨ ਹੈ। ਉਹ ਕੁਝ ਕੁ ਕਾਰਨ ਦਾ ਜ਼ਿਕਰ ਭਾਈ ਸਾਹਿਬ ਜੀ ਇੱਥੇ ਸੰਤੋਖ ਸਿੰਘ ਜੀ ਕਰ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੀ ਪਾਵਨ ਕਥਾ ਸਰਵਣ ਕਰੀਏ। ਇਕਾਗਰ ਚਿਤ ਹੋਣ ਵਾਸਤੇ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਅਕਬਰ ਦੁਰਗ ਚਿਤੋੜ ਕੋ ਟੁੱਟਿਓ ਨਾ ਕਰਤੇ ਜੰਗ। ਉਧਰ ਚਿਤੌੜਗੜ੍ਹ ਦਾ ਕਿਲਾ ਹੈ ਰਾਜਪੂਤਾਨੇ ਦੇ ਇਲਾਕੇ ਵਿੱਚ। ਚਿਤੌੜਗੜ੍ਹ ਦਾ ਕਿਲਾ ਬੜਾ ਵੱਡਾ ਤੇ ਮਜ਼ਬੂਤ ਕਿਲਾ ਹੈ। ਅਕਬਰ ਬਾਦਸ਼ਾਹ ਦੇ ਕੋਲੋਂ ਕੁਝ ਦੋ ਭਰਾ ਆਕੀ ਹੋ ਕੇ ਬਾਗੀ ਹੋ ਕੇ ਉਸ ਕਿਲੇ ਵਿੱਚ ਜਾ ਵੜੇ। ਅਕਬਰ ਬਾਦਸ਼ਾਹ ਚਿਤੌੜਗੜ੍ਹ ਦਾ ਕਿਲਾ ਤੋੜਨਾ ਚਾਹੁੰਦਾ ਹੈ ਕਿ ਮੈਂ ਚਿਤੌੜ ਦਾ ਕਿਲਾ ਫਤਿਹ ਕਰ ਲਵਾਂ, ਜਿੱਤ ਲਵਾਂ। ਬੜੀ ਮਿਹਨਤ ਕੀਤੀ, ਬੜੀ ਘਾਲਣਾ ਘਾਲੀ, ਬਹੁਤ ਸਾਰੀਆਂ ਫੌਜਾਂ ਲੈ ਕੇ ਹਮਲੇ ਕੀਤੇ, ਪਰ ਚਿਤੌੜਗੜ੍ਹ ਦਾ ਕਿਲਾ ਬਾਦਸ਼ਾਹ ਅਕਬਰ ਦੇ ਕਈ ਯਤਨਾਂ ਤੋਂ ਵੀ ਟੁੱਟ ਨਹੀਂ ਸੀ ਰਿਹਾ। ਬਹੁਤ ਸਾਰੀਆਂ ਫੌਜਾਂ ਦਾ ਇਹਦਿਆਂ ਦਾ ਨੁਕਸਾਨ ਹੋਇਆ ਤੇ ਕਾਫੀ ਸਮੇਂ ਤੋਂ, ਬਹੁਤ ਸਾਰੇ ਮਹੀਨਿਆਂ ਤੋਂ ਇੱਥੇ ਘੇਰਾ ਪਾ ਕੇ ਅਕਬਰ ਬੈਠਾ ਹੋਇਆ ਹੈ, ਪਰ ਇਹਨੂੰ ਕਾਮਯਾਬੀ ਨਹੀਂ ਮਿਲ ਰਹੀ। ਚਿਤੌੜਗੜ੍ਹ ਦਾ ਕਿਲਾ ਬਾਦਸ਼ਾਹ ਅਕਬਰ ਕੋਲੋਂ ਨਹੀਂ ਟੁੱਟ ਰਿਹਾ। ਸ਼੍ਰੀ ਸਤਿਗੁਰ ਢਿਗ ਨਰ ਪਠਿਓ ਬਹੁਤ ਬੇਨਤੀ ਸੰਗ। ਬਾਦਸ਼ਾਹ ਅਕਬਰ ਨੇ ਬੜੇ ਬੜੇ ਪੀਰ ਮਨਾਏ, ਬੜਿਆਂ ਦੀਆਂ ਸੀਰਨੀਆਂ ਮੰਨੀਆਂ, ਬਹੁਤ ਸਾਰੇ ਪੀਰਾਂ ਫਕੀਰਾਂ ਦੀ ਆਰਾਧਨਾ ਕੀਤੀ। ਆਖਰਕਾਰ ਇੱਕ ਗੁਰਸਿੱਖ ਕੋਲੋਂ ਇਹਨੇ ਗੁਰੂ ਅਮਰਦਾਸ ਜੀ ਦੀ ਮਹਿਮਾ ਸੁਣੀ। ਤੋ ਜਿਸ ਵੇਲੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਦੀ ਮਹਿਮਾ ਬਾਦਸ਼ਾਹ ਅਕਬਰ ਨੇ ਸੁਣੀ, ਅਕਬਰ ਨੇ ਉਸ ਵਕਤ ਆਪਣਾ ਇੱਕ ਸੇਵਕ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੂੰ ਬੇਨਤੀ ਕਰਨ ਵਾਸਤੇ ਵੀ ਤੂੰ ਚੱਲ ਕੇ ਮੇਰੇ ਵੱਲੋਂ ਸਤਿਗੁਰਾਂ ਨੂੰ ਬੇਨਤੀ ਕਰ। ਬੇਨਤੀ ਕਰਨ ਵਾਸਤੇ ਆਪਣਾ ਇੱਕ ਸੇਵਕ, ਆਪਣਾ ਇੱਕ ਸਿਪਾਹ ਸਲਾਰ ਭੇਜਿਆ ਹੈ। ਜੋ ਪਈ ਪੀਰ ਫਕੀਰ ਪ੍ਰਥਮ ਬੋ ਸੇਵੇ। ਬਾਦਸ਼ਾਹ ਅਕਬਰ ਨੇ ਪਹਿਲਾਂ ਬੜੇ ਬੜੇ ਪੀਰ ਫਕੀਰਾਂ ਦੀ ਸੇਵਾ ਕੀਤੀ, ਬੜੇ ਬੜੇ ਪੀਰਾਂ ਫਕੀਰਾਂ ਦੀਆਂ ਮੰਨਤਾਂ ਮੰਨੀਆਂ ਹਨ। ਹੋਏ ਪ੍ਰਸੰਨ ਸਭ ਹਿਨ ਬਰ ਦੇਵੇ। ਕਿ ਸਾਰੇ ਪੀਰ ਫਕੀਰ ਮੇਰੇ ਤੇ ਪ੍ਰਸੰਨ ਹੋਣ ਤੇ ਪ੍ਰਸੰਨ ਹੋ ਕੇ ਮੈਨੂੰ ਵਰ ਦੇ ਦੇਣ ਕਿ ਮੈਂ ਚਿਤੌੜ ਦਾ ਕਿਲਾ ਜਿੱਤ ਲਵਾਂ। ਚਿਤੌੜ ਦਾ ਕਿਲਾ ਜਿਹੜਾ ਹੈ ਇਹਦੇ ਤੇ ਫਤਿਹ ਪ੍ਰਾਪਤ ਕਰ ਲਵਾਂ। ਨਹੀਂ ਫਤਿਹ ਪਾ ਦੁਰਗ ਚਿਤੌੜ। ਪਰ ਬੜੇ ਪੀਰ ਫਕੀਰ ਮਨਾ ਕੇ ਹਾਰ ਗਿਆ ਅਕਬਰ ਬਾਦਸ਼ਾਹ, ਪਰ ਚਿਤੌੜਗੜ੍ਹ ਦਾ ਕਿਲਾ ਨਹੀਂ ਫਤਿਹ ਕਰ ਸਕਿਆ। ਕਈ ਮਹੀਨਿਆਂ ਤੋਂ ਘੇਰਾ ਪਾ ਕੇ ਬੈਠਾ, ਸੈਂਕੜੇ ਸਿਪਾਹੀ ਵੀ ਆਪਣੇ ਮਰਵਾ ਬੈਠਾ ਹੈ,
ਪਰ ਫਿਰ ਵੀ ਚਿਤੌੜਗੜ੍ਹ ਦਾ ਕਿਲਾ ਫਤਿਹ ਨਹੀਂ ਕਰ ਸਕਿਆ। ਅਬ ਮੈਂ ਸ਼ਰਨ ਹਾਥ ਕੋ ਜੋਰ। ਅਕਬਰ ਬਾਦਸ਼ਾਹ ਨੇ ਉਹਨੂੰ ਕਹਿ ਕੇ ਭੇਜਿਆ ਵੀ ਜਾ ਕੇ ਗੁਰੂ ਜੀ ਨੂੰ ਬੇਨਤੀ ਕਰ ਕਿ ਹੁਣ ਮੈਂ ਸਾਰੇ ਪਾਸਿਓਂ ਹਾਰ ਕੇ ਨਿਰਾਸ਼ ਹੋ ਕੇ ਹੁਣ ਮੇਰੀ ਕਿਸੇ ਪਾਸੇ ਉਮੀਦ ਨਹੀਂ ਰਹੀ, ਕਿਸੇ ਪਾਸੇ ਆਸ ਨਹੀਂ ਰਹੀ। ਹੁਣ ਇਸ ਵਕਤ ਮੈਂ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੀ ਸ਼ਰਨ ਵਿੱਚ ਹਾਂ। ਸੁਨ ਗੁਰ ਕਹਿਓ ਤਬੇ ਗੜ ਛੂਟੇ, ਇਹਾਂ ਬਾਪਿਕਾ ਕੋ ਕਰ ਟੂਟੇ। ਉਹ ਸਿਪਾਹੀ ਆਇਆ, ਉਹਨੇ ਆ ਕੇ ਗੁਰੂ ਸਾਹਿਬ ਨੂੰ ਸਾਰੀ ਬੇਨਤੀ ਬਾਦਸ਼ਾਹ ਅਕਬਰ ਦੀ ਕਹਿ ਕੇ ਸੁਣਾਈ ਕਿ ਮਹਾਰਾਜ ਅਕਬਰ ਬਾਦਸ਼ਾਹ ਤੁਹਾਡੀ ਸ਼ਰਨ ਵਿੱਚ ਬੇਨਤੀ ਕਰਦਾ, ਕਿਰਪਾ ਕਰਕੇ ਉਹਦੀ ਬੇਨਤੀ ਪ੍ਰਵਾਨ ਕਰੋ। ਉਹ ਚਿਤੌੜਗੜ੍ਹ ਦਾ ਕਿਲਾ ਫਤਿਹ ਕਰਨਾ ਚਾਹੁੰਦਾ ਹੈ। ਅਕਬਰ ਦੀ ਬੇਨਤੀ ਸੁਣ ਕੇ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ ਜਾਓ ਜਾ ਕੇ ਬਾਦਸ਼ਾਹ ਅਕਬਰ ਨੂੰ ਕਹਿ ਦਿਓ ਕਿ ਜਦੋਂ ਸਾਡੀ ਬੌਲੀ ਸਾਹਿਬ ਦਾ ਇਹ ਕੜ ਟੁੱਟੇਗਾ, ਕਿਉਂਕਿ ਕੜ ਤੱਕ ਪਹੁੰਚਿਆ ਹੋਇਆ ਸੀ ਉਸ ਵੇਲੇ ਬੌਲੀ ਸਾਹਿਬ ਦੀ ਸੇਵਾ, ਜਦੋਂ ਸਾਡਾ ਇਹ ਕੜ ਟੁੱਟੇਗਾ ਉਧਰ ਉਹ ਗੜ ਵੀ ਟੁੱਟ ਜਾਏਗਾ। ਗੜ ਨਾਮ ਕਿਲੇ ਦਾ ਹੈ, ਕੜ ਨਾਮ ਜਿਹੜਾ ਥੱਲੇ ਧਰਤੀ ਦੇ ਵਿੱਚ ਆਉਂਦਾ ਤੇ ਉਹਦੇ ਤੋਂ ਬਾਅਦ ਪਾਣੀ ਫੁੱਟ ਕੇ ਨਿਕਲਿਆ। ਜਿਹੜੀ ਕਥਾ ਆਪਾਂ ਕੱਲ ਸਰਵਣ ਕੀਤੀ ਵੀ ਮਾਣਕ ਚੰਦ ਨੇ ਹਥੋੜਾ ਮਾਰ ਕੇ ਘਣ ਮਾਰ ਕੇ ਉਹ ਕੜ ਤੋੜਿਆ ਸੀ। ਮਹਾਰਾਜ ਜੀ ਕਹਿੰਦੇ ਜਦੋਂ ਸਾਡਾ ਇਹ ਕੜ ਟੁੱਟੇਗਾ ਬੌਲੀ ਸਾਹਿਬ ਦਾ, ਉਧਰ ਚਿਤੌੜਗੜ੍ਹ ਦਾ ਕਿਲਾ ਜਿਹੜਾ ਉਹ ਫਤਿਹ ਹੋਵੇਗਾ। ਤਬ ਤੇਰੇ ਹੋ ਸ਼ਾਹ ਕੋ ਮਾਨਵ। ਉਹ ਜਿਹੜਾ ਸਿਪਾਹੀ ਸੀ ਉੱਥੇ ਹੀ ਰਿਹਾ ਗੋਇੰਦਵਾਲ ਸਾਹਿਬ, ਇਹ ਵੇਖਣ ਵਾਸਤੇ ਕਿ ਜਿਹੜਾ ਇਹ ਕੜ ਹੈ ਇਹ ਕਦੋਂ ਟੁੱਟਦਾ ਹੈ। ਬੌਲੀ ਸਾਹਿਬ ਦੀ ਸੇਵਾ ਚੱਲ ਰਹੀ ਸੀ, ਜਦੋਂ ਸਿਪਾਹੀ ਆਇਆ ਸੀ ਉਹ ਉੱਥੇ ਹੀ ਰਹਿਣ ਲੱਗ ਪਿਆ ਵੀ ਜਦੋਂ ਇਹ ਕੜ ਟੁੱਟੇਗਾ ਇਸ ਜਗ੍ਹਾ ਤੇ ਰਹਿ ਕੇ ਮੈਂ ਉਸ ਕੜ ਨੂੰ ਟੁੱਟਦੇ ਹੋਏ ਨੂੰ ਵੇਖਾਂਗਾ। ਕੜ ਟੁੱਟਿਓ ਜਬ ਹੀ ਤਿਨ ਜਾਨਵ। ਉਸ ਵੇਲੇ ਕਹਿੰਦੇ ਜਦੋਂ ਕੜ ਟੁੱਟਾ ਤੇ ਇਹਨੇ ਵੇਖ ਲਿਆ, ਸਿਪਾਹੀ ਨੇ ਜਿਹੜਾ ਅਕਬਰ ਦਾ ਭੇਜਿਆ ਹੋਇਆ ਸੀ। ਇਸ ਸਿਪਾਹੀ ਨੇ ਉਸ ਵੇਲੇ ਵੇਖਿਆ ਵੀ ਜਦੋਂ ਬੌਲੀ ਸਾਹਿਬ ਦਾ ਕੜ ਟੁੱਟ ਗਿਆ, ਮਾਣਕ ਚੰਦ ਨੇ ਘਣ ਮਾਰ ਕੇ ਜਦੋਂ ਬੌਲੀ ਸਾਹਿਬ ਦਾ ਕੜ ਤੋੜਿਆ, ਉਸ ਵੇਲੇ ਟੁੱਟਦਾ ਹੋਇਆ ਕੜ ਇਸ ਸਿਪਾਹੀ ਨੇ, ਅਕਬਰ ਦੇ ਭੇਜੇ ਹੋਏ ਸਿਪਾਹੀ ਨੇ ਵੇਖਿਆ ਹੈ। ਲਿਖ ਲੈ ਗਇਓ ਵਾਰ ਥਿਤ ਮਾਸ। ਇਹਨੇ ਵਾਰ ਲਿਖ ਲਿਆ ਵੀ ਕਿਹੜੇ ਵਾਰ ਨੂੰ ਇਹ ਕੜ ਟੁੱਟਾ ਹੈ। ਤਰੀਕ ਵੀ ਲਿਖ ਲਈ, ਮਹੀਨਾ ਵੀ ਲਿਖ ਲਿਆ ਕਿ ਇਸ ਮਹੀਨੇ ਵਿੱਚ ਇਸ ਵਾਰ ਨੂੰ ਤੇ ਇਹ ਤਰੀਕ ਸੀ ਤੇ ਤਿਥ ਦੇ ਨਾਲ ਵਾਰ ਮਹੀਨਾ, ਇੱਥੋਂ ਤੱਕ ਵੀ ਸਮਾਂ ਵੀ ਲਿਖ ਲਿਆ ਕਿ ਇੰਨੇ ਪਹਿਰਾਂ ਦੇ ਉੱਤੇ ਇੰਨੇ ਸਮੇਂ ਤੇ ਕੜ ਟੁੱਟਾ ਹੈ। ਪਹੁੰਚਿਓ ਚੱਲ ਅਕਬਰ ਕੇ ਪਾਸ। ਇਹਦਾ ਸਭ ਕੁਝ ਲਿਖ ਕੇ ਬਾਦਸ਼ਾਹ ਅਕਬਰ ਦੇ ਕੋਲੇ ਵਾਪਸ ਚਿਤੌੜਗੜ੍ਹ ਨੂੰ ਗਿਆ ਹੈ ਤੇ ਚਿਤੌੜਗੜ੍ਹ ਦੇ ਕਿਲੇ ਕੋਲ ਬਾਦਸ਼ਾਹ ਅਕਬਰ ਦੇ ਕੋਲੇ ਚੱਲ ਕੇ ਪਹੁੰਚਿਆ ਹੈ। ਜਿਸ ਜਿਨ ਕੜ ਟੂਟਿਓ ਤਿਸ ਕਾਲ, ਤਬੋਂ ਛੁਟਿਓ ਚਿਤੌੜ ਵਿਸਾਲ। ਇਹ ਸਿਪਾਹੀ ਵਾਪਸ ਆਇਆ, ਬਾਦਸ਼ਾਹ ਅਕਬਰ ਨੂੰ ਆ ਕੇ ਨੇ ਦੱਸਿਆ, ਬਾਦਸ਼ਾਹ ਸਲਾਮਤ ਗੁਰੂ ਸਾਹਿਬ ਨੇ ਇਹ ਬਚਨ ਕਿਹਾ ਸੀ ਵੀ ਜਦੋਂ ਸਾਡੀ ਬੌਲੀ ਸਾਹਿਬ ਦਾ ਕੜ ਟੁੱਟੇਗਾ ਉਧਰ ਉਹ ਕਿਲਾ ਵੀ ਫਤਿਹ ਹੋ ਜਾਏਗਾ। ਤੇ ਮੈਂ ਆਹ ਵਾਰ ਹੈ ਲਿਖ ਕੇ ਲਿਆਇਆ, ਤਰੀਕ ਇਹ ਸੀ ਤੇ ਆਹ ਮਹੀਨਾ ਸੀ ਜਦੋਂ ਕੜ ਟੁੱਟਾ ਹੈ। ਤੇ ਪਰਮੇਸ਼ਰ ਵੱਲੋਂ ਦੇਵਨੇਤ ਬਾਦਸ਼ਾਹ ਅਕਬਰ ਨੇ ਵੀ ਸਮਾਂ ਲਿਖਵਾਇਆ ਹੋਇਆ ਸੀ। ਉਸੇ ਸਮੇਂ ਜਦੋਂ ਇੱਧਰ ਬੌਲੀ ਸਾਹਿਬ ਦਾ ਕੜ ਟੁੱਟਾ, ਉਧਰ ਚਿਤੌੜਗੜ੍ਹ ਦਾ ਕਿਲਾ ਬਾਦਸ਼ਾਹ ਨੇ ਫਤਿਹ ਕਰਕੇ ਗੜ੍ਹ ਨੂੰ ਤੋੜ ਲਿਆ। ਬਿਲਕੁਲ ਇੱਕੋ ਸਮੇਂ, ਇੱਕੋ ਤਰੀਕ ਤੇ ਇੱਕੋ ਵਾਰ ਵਾਲੇ ਦਿਨ ਇਹ ਸਾਰੀ ਖੇਡ ਵਰਤੀ ਹੈ। ਅਕਬਰ ਔਰ ਪਰਤੀਤ ਵਡਿਆਈ, ਦਰਸ਼ਨ ਕਰਬੇ ਚਾਹ ਬਦਾਈ। ਅਕਬਰ ਦੇ ਮਨ 'ਚ ਭਰੋਸਾ ਬਣ ਗਿਆ, ਬਾਦਸ਼ਾਹ ਅਕਬਰ ਦੇ ਮਨ 'ਚ ਵਿਸ਼ਵਾਸ ਬਣ ਗਿਆ ਵੀ ਗੁਰੂ ਜੀ ਵਾਕਈ ਪੂਰਨ ਹਨ, ਜਿਨ੍ਹਾਂ ਦੇ ਬਚਨਾਂ ਦੇ ਨਾਲ ਇਹ ਕਲਾ ਵਰਤੀ ਹੈ, ਮੈਂ ਉਹਨਾਂ ਦੇ ਦਰਸ਼ਨ ਜ਼ਰੂਰ ਕਰਾਂਗਾ। ਇਹਦੇ ਮਨ ਵਿੱਚ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨਾਂ ਦੀ ਇੱਛਾ ਜਾਗੀ ਹੈ। ਆਮ ਖਾਸ ਮੈਂ ਕਰੀ ਪ੍ਰਸ਼ੰਸਾ। ਜਿੰਨੇ ਉੱਥੇ ਆਮ ਤੇ ਖਾਸ ਅਫਸਰ ਬੈਠੇ ਸੀ, ਉਹਨਾਂ ਸਾਰਿਆਂ ਵਿੱਚ ਬੈਠੇ ਨੇ ਬਾਦਸ਼ਾਹ ਅਕਬਰ ਨੇ
ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੀ ਪ੍ਰਸ਼ੰਸਾ ਕੀਤੀ ਹੈ। ਸ਼੍ਰੀ ਨਾਨਕ ਅੱਲ੍ਹਾ ਨੇ ਸੰਸਾਰ। ਕਹਿਣ ਲੱਗਾ ਵੀ ਗੁਰੂ ਨਾਨਕ ਸਾਹਿਬ ਜੀ ਹੀ ਅੱਲਾ ਦਾ ਰੂਪ ਸੀ, ਇਹਦੇ 'ਚ ਕੋਈ ਸੰਸਾਰ ਨਹੀਂ। ਗੁਰੂ ਨਾਨਕ ਸਾਹਿਬ ਤੇ ਅੱਲਾ ਵਿੱਚ, ਖੁਦਾ ਵਿੱਚ ਕੋਈ ਭੇਦ ਨਹੀਂ। ਅਕਬਰ ਬੋਲਿਆ, ਕਹਿੰਦਾ ਗੁਰੂ ਨਾਨਕ ਸਾਹਿਬ ਤੇ ਖੁਦਾ ਵਿੱਚ, ਅੱਲਾ 'ਚ ਕੋਈ ਫਰਕ ਨਹੀਂ ਹੈ। ਗੁਰੂ ਨਾਨਕ ਸਾਹਿਬ ਹੀ ਅੱਲਾ ਦਾ ਸਰੂਪ ਹਨ। ਆਰਫ ਕਾਮਲ ਵਲੀ ਵਲਾਇਤ ਹੋਏ ਸਹਾਏ ਦਾਸ ਹਰ ਸਾਇਤ। ਜੋ ਆਰਫ ਨੇ, ਕਾਮਲ ਨੇ, ਵਲੀ ਨੇ, ਪੂਰਨ ਨੇ ਔਰ ਹਰ ਵੇਲੇ ਹਰ ਘੜੀ ਆਪਣਿਆਂ ਦਾਸਾਂ ਦੀ ਸਹਾਇਤਾ ਕਰਨ ਵਾਲੇ ਨੇ। ਜਿੱਥੇ ਜਿੱਥੇ ਉਹਨਾਂ ਦਾ ਕੋਈ ਦਾਸ, ਉਹਨਾਂ ਦਾ ਕੋਈ ਸੇਵਕ ਔਖੇ ਸਮੇਂ ਉਹਨਾਂ ਦੀ ਆਰਾਧਨਾ ਕਰਦਾ ਹੈ, ਗੁਰੂ ਨਾਨਕ ਸਾਹਿਬ ਜੀ ਔਰ ਉਹਨਾਂ ਦੀ ਗੱਦੀ ਦੇ ਜਿਹੜੇ ਮਾਲਕ ਨੇ, ਉਹ ਆਪਣਿਆਂ ਦਾਸਾਂ ਦੀ ਉਸੇ ਘੜੀ ਉੱਥੇ ਆ ਕੇ ਮਦਦ ਕਰਦੇ ਹਨ। ਹਿੰਦੂ ਮੁਸਲਮਾਨ ਤੇ ਨਿਆਰੇ ਨਰ ਅਨੇਕ ਦੋਨੋਂ ਤੇ ਤਾਰੇ। ਗੁਰੂ ਨਾਨਕ ਸਾਹਿਬ ਜੀ ਹਿੰਦੂਆਂ ਤੇ ਮੁਸਲਮਾਨਾਂ ਤੋਂ ਨਿਆਰੇ ਨੇ, ਵੱਖਰੇ ਨੇ। ਉਹ ਹਿੰਦੂਆਂ ਤੋਂ ਵੀ ਵੱਖਰੇ ਨੇ ਤੇ ਮੁਸਲਮਾਨਾਂ ਤੋਂ ਵੀ ਵੱਖਰੇ ਨੇ। ਤੇ ਜਿਨ੍ਹਾਂ ਨੇ ਦੋਹਾਂ ਮਜ਼ਹਬਾਂ ਧਰਮਾਂ ਦੇ ਧਾਰਨੀ ਲੋਕਾਂ ਨੂੰ, ਪਤਾ ਨਹੀਂ ਕਿੰਨਿਆਂ ਕੁ ਨੂੰ, ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੂੰ ਗੁਰੂ ਨਾਨਕ ਸਾਹਿਬ ਨੇ ਤਾਰਿਆ ਹੈ। ਉਹਨਾਂ ਨੂੰ ਗਿਣਿਆ ਮਿਣਿਆ ਨਹੀਂ ਜਾ ਸਕਦਾ ਕਿ ਕਿੰਨੇ ਕੁ ਲੋਕ ਗੁਰੂ ਨਾਨਕ ਸਾਹਿਬ ਨੇ ਇਹਨਾਂ ਦੋਹਾਂ ਮਜ਼ਹਬਾਂ ਦੇ ਤਾਰੇ ਹਨ। ਮੁਸਲਮਾਨ ਵੀ ਤਾਰੇ ਨੇ, ਹਿੰਦੂ ਵੀ ਉਹਨਾਂ ਨੇ ਤਾਰੇ ਹਨ। ਲਾਹੌਰ ਚਲੇ ਮਿਲੇ ਦਰਸਾਵੇਂ। ਅਕਬਰ ਕਹਿੰਦਾ ਜਦੋਂ ਮੈਂ ਕਿਤੇ ਲਾਹੌਰ ਗਿਆ ਨਾ, ਤੇ ਲਾਹੌਰ ਦੇ ਜਾਂਦਿਆਂ ਹੋਇਆ ਰਸਤੇ ਵਿੱਚ ਜ਼ਰੂਰ ਗੁਰੂ ਜੀ ਨੂੰ ਮਿਲਾਂਗਾ। ਲਾਹੌਰ ਜਾਂਦਿਆਂ ਰਸਤੇ ਵਿੱਚ, ਕਿਉਂਕਿ ਇਹੀ ਰਸਤਾ ਸੀ ਲਾਹੌਰ ਨੂੰ ਜਾਣ ਦਾ, ਗੋਇੰਦਵਾਲ ਸਾਹਿਬ ਦੇ ਪੱਤਣ ਤੋਂ ਹੀ ਲੰਘ ਕੇ ਜਾਣਾ ਪੈਂਦਾ ਸੀ। ਅਕਬਰ ਕਹਿੰਦਾ ਜਦੋਂ ਹੁਣ ਮੈਂ ਲਾਹੌਰ ਗਿਆ ਤੇ ਰਸਤੇ ਵਿੱਚ ਜ਼ਰੂਰ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੂੰ ਮਿਲ ਕੇ ਜਾਵਾਂਗਾ, ਉਹਨਾਂ ਦਾ ਸ਼ੁਕਰਾਨਾ ਕਰਕੇ ਜਾਵਾਂਗਾ। ਇਮ ਨਿਸ਼ਚੇ ਕਰ ਪ੍ਰੇਮ ਬਢਾਵੇ। ਇਦਾਂ ਦਾ ਨਿਸ਼ਚੇ ਕਰਕੇ ਬਾਦਸ਼ਾਹ ਅਕਬਰ ਨੇ ਆਪਣੇ ਮਨ 'ਚ ਬੜਾ ਪ੍ਰੇਮ ਕੀਤਾ ਗੁਰੂ ਸਾਹਿਬ ਪ੍ਰਤੀ। ਇਹਦੇ ਮਨ ਦੇ ਵਿੱਚ ਗੁਰੂ ਘਰ ਪ੍ਰਤੀ ਸ਼ਰਧਾ ਤੇ ਭਰੋਸਾ ਜਾਗਿਆ ਹੈ। ਬੱਸੀ ਖੱਤਰੀ ਗੰਗੋ ਨਾਮਾ। ਖਾਲਸਾ ਜੀ ਇਹ ਤਾਂ ਸੀ ਅਕਬਰ ਦੀ ਗੱਲ। ਹੁਣ ਖਾਲਸਾ ਜੀ ਇੱਕ ਹੋਰ ਗੁਰੂ ਕੇ ਸਿੱਖ ਦੀ ਗੱਲ ਚੱਲਣ ਲੱਗੀ ਹੈ। ਇਹਦਾ ਨਾਂ ਹੈ ਭਾਈ ਗੰਗੂ, ਜਿੱਥੋਂ ਅੱਗੇ ਗੰਗੂ ਸ਼ਾਹੀਆਂ ਦਾ ਮਤ ਵੀ ਚੱਲਿਆ ਹੈ। ਇਹ ਭਾਈ ਗੰਗੂ ਇਹਦਾ ਨਾਂ ਹੈ ਤੇ ਬੱਸੀ ਨਗਰ ਦਾ ਇਹ ਰਹਿਣ ਵਾਲਾ ਸੀ। ਬੱਸੀ ਨਗਰ ਹੈ, ਉਸ ਬੱਸੀ ਨਗਰ ਦਾ ਇਹ ਵਸਿੰਦਾ ਸੀ। ਇਹਦਾ ਨਾਂ ਭਾਈ ਗੰਗੂ ਹੈ। ਧਨ ਵਿਵਹਾਰ ਕਰਨ ਤੇ ਕਾਮਾ। ਇਹ ਜਿਹੜਾ ਭਾਈ ਗੰਗੋ ਹੈ, ਨਾਂ ਪਹਿਲਾਂ ਗੰਗੋ ਸੀ, ਬਾਅਦ ਵਿੱਚ ਗੰਗੂ ਸ਼ਬਦ ਪ੍ਰਚਲਿਤ ਹੋਇਆ। ਤੇ ਭਾਈ ਗੰਗੋ ਜਿਹੜਾ ਸੀ, ਇਹਦਾ ਕੰਮ ਸੀ ਪੈਸੇ ਜਿਹੜੇ ਸਨ ਉਹ ਲੋਕਾਂ ਨੂੰ ਦੇਣੇ ਵਿਆਜ ਵਾਸਤੇ। ਜਿਵੇਂ ਅੱਜ ਕੱਲ ਫਾਈਨੈਂਸ ਆਦਿਕ ਕਰ ਕੀਤਾ ਜਾਂਦਾ ਹੈ, ਉਹਨਾਂ ਸਮਿਆਂ ਦੇ ਵਿੱਚ ਵੀ ਇਸ ਢੰਗ ਦੇ ਨਾਲ ਵਪਾਰ ਕੀਤਾ ਜਾਂਦਾ ਸੀ। ਜਿਹੜੇ ਧਨਵਾਨ ਲੋਕ ਸਨ ਉਹ ਧਨ ਦਿਆ ਕਰਦੇ ਸੀ ਲੋਕਾਂ ਨੂੰ, ਲੋੜਵੰਦਾਂ ਨੂੰ, ਔਰ ਬਦਲੇ ਵਿੱਚ ਉਹਦਾ ਵਿਆਜ ਵੀ ਲੈ ਲੈਂਦੇ ਸੀ। ਗੰਗੋ ਜਿਹੜਾ ਸੀ ਇਹ ਵੀ ਬੜਾ ਵੱਡਾ ਧਨਵਾਨ ਸੀ ਤੇ ਬਹੁਤ ਸਾਰੇ ਲੋਕਾਂ ਨੂੰ ਇਹ ਧਨ ਦਿਆ ਕਰਦਾ ਸੀ। ਧਨ ਦਾ ਹੀ ਇਹਦਾ ਵਪਾਰ ਸੀ। ਦਰਬ ਹਜ਼ਾਰੋਂ ਬਨਜ ਚਲਾਵੇ। ਹਜ਼ਾਰਾਂ ਰੁਪਏ ਦਾ ਇਹਦਾ ਵਪਾਰ ਚੱਲਦਾ ਸੀ। ਹਜ਼ਾਰਾਂ ਰੁਪਏ ਦਾ ਉਸ ਸਮੇਂ, ਹਜ਼ਾਰਾਂ ਰੁਪਏ ਵੀ ਬਹੁਤ ਮਾਇਨੇ ਰੱਖਦੇ ਸੀ। ਹਜ਼ਾਰਾਂ ਰੁਪਏ ਦਾ ਇਹਦਾ ਵਪਾਰ ਉਸ ਸਮੇਂ ਚੱਲਦਾ ਸੀ ਭਾਈ ਗੰਗੋ ਦਾ। ਨਿਤ ਪ੍ਰਤ ਮਤ ਕਰ ਅਦਕ ਵਧਾਵੇ। ਤੇ ਬੜਾ ਸਿਆਣਾ ਸੀ, ਵਪਾਰ ਦੇ ਵਿੱਚ ਇਹਦੀ ਸੁਰਤ ਬੜੀ ਤੇਜ਼ ਸੀ ਤੇ ਆਪਣੇ ਦਿਮਾਗ ਦੇ ਨਾਲ ਹਰ ਰੋਜ਼ ਆਪਣੇ ਵਪਾਰ ਨੂੰ ਵਧਾਉਂਦਾ ਹੈ। ਦਿਨ ਪ੍ਰਤੀ ਦਿਨ ਇਹਦਾ ਵਪਾਰ ਵੱਧਦਾ ਹੈ। ਬਿਗੜਿਓ ਇੱਕ ਬਾਰ ਵਿਵਹਾਰ ਹੈ। ਹੁਣ ਜਦੋਂ ਵਪਾਰ ਦੇ ਵਿੱਚ ਮੁਨਾਫਾ ਹੁੰਦਾ ਹੈ ਤੇ ਮੁਨਾਫੇ ਦੇ ਨਾਲ ਨੁਕਸਾਨ ਵੀ ਹੁੰਦਾ ਹੈ, ਦੋਵੇਂ ਪਹਿਲੂ ਨੇ। ਕਹਿੰਦੇ ਪਰਮੇਸ਼ਰ ਵੱਲੋਂ ਇਹੋ ਜਿਹੀ ਖੇਡ ਬਣੀ ਵੀ ਇੱਕ ਵਾਰੀ ਭਾਈ ਗੰਗੋ ਨੂੰ ਮੁਨਾਫਾ ਨਹੀਂ ਹੋਇਆ ਤੇ ਘਾਟਾ ਪੈ ਗਿਆ, ਇਹਨੂੰ ਨੁਕਸਾਨ ਪੈਣ ਲੱਗਾ, ਇਹਦੀ ਹਾਨੀ ਹੋਣ ਲੱਗੀ। ਪਾਇਸ ਟੋਟਾ ਜਿਤ ਕਿਤ ਸਾਰੈ। ਜਿੱਥੇ ਜਿੱਥੇ ਨੇ ਪੈਸਾ ਦਿੱਤਾ ਹੋਇਆ ਮੁੜ ਕੇ ਵਾਪਸ ਨਹੀਂ ਆਇਆ, ਉੱਥੇ ਹੀ ਰੁਕ ਗਿਆ। ਜਿੱਥੇ ਜਿੱਥੇ ਪੈਸਾ ਲਾਇਆ ਸੀ, ਜਿੱਥੇ ਜਿੱਥੇ ਪੈਸਾ ਦਿੱਤਾ ਹੋਇਆ ਸੀ,
ਉਥੋਂ ਮੁੜ ਕੇ ਵਾਪਸ ਨਹੀਂ ਆਇਆ ਤੇ ਬੜਾ ਵੱਡਾ ਭਾਰੀ ਨੁਕਸਾਨ ਗੰਗੋ ਦਾ ਹੋਇਆ। ਨਹੀਂ ਸਹਾਇਕ ਕੋ ਤਿਸ ਭਇਓ। ਜਦੋਂ ਇਹੋ ਜੀ ਮੁਸੀਬਤ ਆ ਗਈ ਚਾਰੇ ਪਾਸਿਓਂ ਤੇ ਕਿਸੇ ਨੇ ਇਹਦੀ ਸਹਾਇਤਾ ਵੀ ਨਹੀਂ ਕੀਤੀ। ਜਦੋਂ ਧਨਵਾਨ ਸੀ ਉਦੋਂ ਸੈਂਕੜੇ ਮਿੱਤਰ ਆ ਕੇ ਬਣ ਕੇ ਬਹਿੰਦੇ ਸੀ। ਜਦੋਂ ਹੁਣ ਘਾਟਾ ਪੈ ਗਿਆ, ਬਿਲਕੁਲ ਗਰੀਬ ਹੋ ਗਿਆ, ਕੰਗਾਲ ਹੋ ਗਿਆ ਭਾਈ ਗੰਗੋ, ਤੇ ਫਿਰ ਜਿੰਨੇ ਰਿਸ਼ਤੇਦਾਰ ਉਹ ਵੀ ਕੰਨੀਆਂ ਛੜਾ ਕੇ ਪਿੱਛੇ ਹੋ ਕੇ ਖਲੋ ਗਏ। ਕੋਈ ਫਿਰ ਇਹਦੀ ਮਦਦ ਕਰਨ ਵਾਸਤੇ ਨਹੀਂ ਆਇਆ। ਉਤੋ ਉਧਾਰ ਸੋ ਕਿਨ ਦਿਓ। ਜਿਨ੍ਹਾਂ ਨੂੰ ਉਧਾਰ ਪੈਸਾ ਦਿੱਤਾ ਹੋਇਆ ਸੀ ਉਹ ਵੀ ਵਾਪਸ ਨਹੀਂ ਮੁੜਿਆ। ਜਿਹੜੀਆਂ ਹੁੰਡੀਆਂ ਇਹਨੇ ਦਿੱਤੀਆਂ ਹੋਈਆਂ ਸੀ ਉਹ ਹੁੰਡੀਆਂ ਦਾ ਪੈਸਾ ਵੀ ਇਹਦੇ ਕੋਲ ਵਾਪਸ ਨਹੀਂ ਆਇਆ। ਬੜਾ ਕਸ਼ਟ ਹੋਇਸ ਮਨ ਮਾਈ। ਬੜਾ ਕਸ਼ਟ ਹੋਇਆ ਇਹਦੇ ਮਨ ਦੇ ਵਿੱਚ, ਬੜਾ ਭਾਰੀ ਦੁੱਖ ਹੋਇਆ। ਬੜੀ ਵੱਡੀ ਮੁਸੀਬਤ ਭਾਈ ਗੰਗੋ ਤੇ ਆਣ ਪਈ। ਸੋ ਉਪਚਾਰ ਚਲਿਓ ਤਿਸ ਨਾਈ। ਕੋਈ ਵੀ ਉਪਚਾਰ ਨਹੀਂ ਪਿਆ ਚੱਲਦਾ। ਹੁਣ ਉਪਾਅ ਸੋਚਦਾ ਵੀ ਉਪਾਅ ਕੀ ਕਰਾਂ, ਕੀ ਸਾਧਨ ਕਰਾਂ, ਪਰ ਕੋਈ ਉਪਾਅ, ਕੋਈ ਉਪਚਾਰ ਨਹੀਂ ਨਜ਼ਰ ਆ ਰਿਹਾ। ਨਿਜ ਕੁਟੰਬ ਸੰਬੰਧੀ ਆਨ। ਇਹਦੇ ਜਿੰਨੇ ਕੁਟੰਬ ਦੇ ਜੀ ਸੀ, ਸੰਬੰਧੀ ਸਨ, ਰਿਸ਼ਤੇਦਾਰ ਸਨ। ਅਰ ਜਿਨ ਸੰਗ ਬਨਜ ਕੋ ਠਾਨ। ਫਿਰ ਜਿਨ੍ਹਾਂ ਦੇ ਨਾਲ ਇਹਦੇ ਜਿਹੜੇ ਯਾਰ ਦੋਸਤ ਮਿੱਤਰ ਪਿਆਰੇ ਸੀ, ਜਿਨ੍ਹਾਂ ਨਾਲ ਇਹ ਵਪਾਰ ਕਰਦਾ ਸੀ, ਉਹ ਜਿਹੜੇ ਮਿੱਤਰ ਪਿਆਰੇ ਰਿਸ਼ਤੇਦਾਰ ਸੰਬੰਧੀ ਤੇ ਮਿੱਤਰ ਹਨ। ਸਖਾ ਆਦ ਸਭ ਤੇ ਦੁਖ ਪਾਇਸ। ਜਿੰਨੇ ਇਹਦੇ ਸਖਾ ਸੀ, ਇਹਦੇ ਨਾਲ ਬਚਪਨ ਦੇ ਵਿੱਚ ਨਾਲ ਰਹਿਣ ਵਾਲੇ, ਉਹਨਾਂ ਨੂੰ ਸਖਾ ਕਹਿੰਦੇ ਨੇ। ਉਹਨਾਂ ਸਾਰਿਆਂ ਨੇ ਇਹਨੂੰ ਦੁੱਖ ਦਿੱਤਾ। ਕਿਸੇ ਨੇ ਇਹਦੀ ਦੁੱਖ ਵਿੱਚ ਬਾਂਹ ਨਹੀਂ ਫੜੀ, ਸਗੋਂ ਸਾਰਿਆਂ ਨੇ ਦੁੱਖ ਦਿੱਤਾ। ਜਿਹਨੇ ਜਿਹਨੇ ਕੋਈ ਪੈਸਾ ਲਿਆ ਉਹਨੇ ਪੈਸਾ ਇਹਨੂੰ ਮੋੜ ਕੇ ਨਹੀਂ ਦਿੱਤਾ। ਜਦੋਂ ਬੰਦਾ ਉਦੋਂ ਡਿੱਗਦਾ ਹੈ ਤੇ ਉਸ ਵੇਲੇ ਜਿਹੜੇ ਧਨਵਾਨ ਹੁੰਦੇ ਨੇ ਉਹ ਕਹਿੰਦੇ ਫਿਰ ਜਿੱਥੇ ਸਾਰਿਆਂ ਨੇ ਮਾਰੇ ਨੇ ਉੱਥੇ ਅਸੀਂ ਵੀ ਮਾਰ ਲੈਨੇ ਆ। ਏਦਾਂ ਬਹੁਤ ਸਾਰੇ ਲੋਕਾਂ ਨੇ ਇਹਦਾ ਪੈਸਾ ਮਾਰ ਲਿਆ। ਟਿਕਿਓ ਨਾ ਪੱਗ ਕਰ ਰਹੋ ਉਪਾਇਸ। ਬੜੇ ਨੇ ਉਪਾਅ ਕੀਤੇ, ਜ਼ੋਰ ਬੜਾ ਲਾਇਆ, ਬੜਾ ਤਾਣ ਲਾਇਆ। ਜਿੰਨੀ ਸੋਚ ਸੀ ਉਹਦੀ ਸੋਚ ਮੁਤਾਬਕ ਇਹਨੇ ਆਪਣਾ ਕੰਮ ਕੀਤਾ, ਪਰ ਮੁੜ ਕੇ ਵਪਾਰ ਵਿੱਚ ਇਹਦਾ ਪੈਰ ਨਹੀਂ ਟਿਕਿਆ। ਮੁੜ ਕੇ ਨਹੀਂ ਪੈਰ ਲੱਗੇ। ਇੱਕ ਵਾਰੀ ਪੈਰ ਹਿੱਲੇ ਵਪਾਰ ਦੇ ਵਿੱਚੋਂ ਤੇ ਮੁੜ ਕੇ ਪੈਰ ਨਹੀਂ ਲੱਗੇ। ਚੌਂ ਦਿਸ਼ ਤੇ ਜਬ ਸੰਕਟ ਪਰਿਓ। ਜਦੋਂ ਚਾਰੇ ਪਾਸਿਓਂ ਸੰਕਟ ਪੈ ਗਿਆ, ਆ ਕੇ ਚਾਰੇ ਪਾਸਿਓਂ ਵਿਪਤਾ ਨੇ ਆ ਕੇ ਘੇਰ ਲਿਆ। ਸਤਿਗੁਰ ਸੋ ਜਸ ਸ਼੍ਰਵਨ ਤਿਨ ਕਰਿਓ। ਭਾਈ ਗੰਗੋ ਦੇ ਕੰਨਾਂ ਵਿੱਚ ਉਸ ਵੇਲੇ ਗੁਰੂ ਅਮਰਦਾਸ ਜੀ ਦੀ ਮਹਿਮਾ ਪਈ। ਜਦੋਂ ਚਾਰੇ ਪਾਸਿਆਂ ਤੋਂ ਸੰਕਟ ਨੇ ਆ ਕੇ ਘੇਰ ਲਿਆ, ਨੁਕਸਾਨ ਹੀ ਨੁਕਸਾਨ ਹੋਈ ਜਾ ਰਿਹਾ। ਮੁੜ ਕੇ ਪੈਰ ਟਿਕੇ ਹੀ ਨਹੀਂ ਵਪਾਰ ਦੇ ਵਿੱਚ, ਘਾਟਾ ਹੀ ਘਾਟਾ ਪਈ ਜਾਂਦਾ ਹੈ। ਇੰਨਾ ਘਾਟਾ ਪਿਆ ਵੀ ਘਰ 'ਚ ਰੋਟੀ ਪੱਕਣੀ ਵੀ ਮੁਸ਼ਕਲ ਹੋ ਗਈ। ਤੇ ਉਸ ਵਕਤ ਫਿਰ ਇਹਦੇ ਕੰਨਾਂ ਵਿੱਚ ਗੁਰੂ ਅਮਰਦਾਸ ਸਾਹਿਬ ਦੀ ਮਹਿਮਾ ਪਈ। ਇਹਨੇ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦੀ ਵਡਿਆਈ ਸੁਣੀ। ਛੋਰ ਸਬਨ ਕੋ ਨਿਕਸਿਓ ਕੈਸੇ। ਕਹਿੰਦੇ ਸਾਰਿਆਂ ਨੇ, ਹੁਣ ਜਿਨ੍ਹਾਂ ਨੇ ਵਪਾਰ ਦੇ ਵਿੱਚ ਜਿੱਥੇ ਇਹਨੇ ਲੋਕਾਂ ਕੋਲੋਂ ਲੈਣੇ ਸੀ ਪੈਸੇ, ਉੱਥੇ ਬਹੁਤਿਆਂ ਦੇ ਦੇਣੇ ਵੀ ਸਨ। ਜਿਨ੍ਹਾਂ ਦੇ ਦੇਣੇ ਸੀ ਉਹ ਕਿਹੜਾ ਨਿਕਲਣ ਦਿੰਦੇ ਸੀ ਇਹਨੂੰ। ਉਹਨਾਂ ਦੇ ਅੱਖਾਂ ਤੋਂ ਆਪਣਾ ਆਪ ਬਚਾ ਕੇ ਚੋਰੀ ਨਿਕਲਿਆ ਆਪਣੇ ਨਗਰ ਤੋਂ। ਵੀ ਜਿਨ੍ਹਾਂ ਨੇ ਪੈਸੇ ਮੰਗਣੇ ਨੇ ਉਹਨਾਂ ਦੇ ਕੋਲੋਂ ਤਾਂ ਨਿਕਲਣਾ ਹੀ ਪੈਣਾ ਨਾ। ਕਿਸੇ ਤਰੀਕੇ ਚੋਰੀ ਉਹਨਾਂ ਦੇ ਕੋਲੋਂ ਇਹ ਬਾਹਰ ਨਿਕਲਿਆ। ਫਸਿਓ ਜਾਲ ਚਖ ਤਿਆਗਿਓ ਜੈਸੇ। ਉਹ ਹਾਲਤ ਇਹਦੀ ਹੋ ਗਈ ਜਿਵੇਂ ਜਾਲ ਦੇ ਵਿੱਚ ਮੱਛੀ ਫਸਦੀ ਹੈ ਨਾ ਤੇ ਪਾਣੀ ਚੋਂ ਬਾਹਰ ਨਿਕਲ ਕੇ ਤੜਫਦੀ ਹੈ। ਉਹ ਹਾਲਤ ਇਹਦੀ ਬਣ ਗਈ ਵੀ ਜਾਲ ਦੇ ਵਿੱਚ ਫਸੇ ਹੋਏ ਮੱਛ ਦੇ ਵਾਂਗੋਂ ਇਹ ਤੜਫ ਰਿਹਾ ਹੈ। ਔਰ ਸ਼੍ਰੀ ਅਮਰ ਆਸ ਇੱਕ ਧਾਰੀ। ਹੁਣ ਇਹਨੇ ਵੇਖਿਆ ਵੀ ਹੁਣ ਤਾਂ ਕੋਈ ਬਾਹ ਫੜਨ ਵਾਲਾ ਨਹੀਂ, ਬਸ ਇੱਕ ਗੁਰੂ ਅਮਰਦਾਸ ਸਾਹਿਬ ਜੀ ਹਨ ਜਿਹੜੇ ਮੇਰੀ ਬਾਹ ਫੜ ਸਕਦੇ ਨੇ। ਇੱਕ ਭਰੋਸਾ ਗੁਰੂ ਅਮਰਦਾਸ ਸਾਹਿਬ ਜੀ ਦਾ ਇਹਨੇ ਆਪਣੇ ਮਨ ਦੇ ਵਿੱਚ ਧਾਰਨ ਕੀਤਾ ਹੈ। ਪਰੋ ਸ਼ਰਨ ਹੋਏ ਦੁੱਖ ਤੇ ਪਾਰੀ। ਬੜਾ ਦੁਖੀ ਹੈ ਵੀ ਗੁਰੂ ਸਾਹਿਬ ਜੀ ਹੁਣ ਮੇਰੇ ਤੇ ਕਿਰਪਾ ਕਰਨ, ਮੈਂ ਉਹਨਾਂ ਦੇ ਸ਼ਰਨ ਵਿੱਚ ਪਵਾਂ ਤੇ ਉਹ ਮੈਨੂੰ ਇਸ ਦੁੱਖਾਂ ਦੇ ਸਮੁੰਦਰ ਤੋਂ, ਆ ਜਿਹੜਾ ਦੁੱਖਾਂ ਦਾ ਭਵਜਲ ਹੈ, ਇਹਦੇ ਤੋਂ ਪਾਰ ਕਰ ਦੇਣ। ਦ੍ਰਿੜ ਪ੍ਰਤੀਤ ਧਰ ਦਰਸ਼ਨ ਆਇਓ। ਮਨ 'ਚ ਬੜੀ ਪੱਕੀ ਪ੍ਰਤੀਤ ਰੱਖ ਕੇ, ਪੱਕਾ ਭਰੋਸਾ ਰੱਖ ਕੇ ਭਾਈ ਗੰਗੋ ਚੱਲ ਕੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਆਇਆ ਹੈ। ਪ੍ਰਥਮ ਦੇਗ ਤੇ ਭੋਜਨ ਖਾਇਓ। ਹੁਣ ਗੁਰੂ ਘਰ ਦੀ ਜਿਹੜੀ ਮਰਿਆਦਾ ਸੀ ਉਸ ਮਰਿਆਦਾ ਅਨੁਸਾਰ
ਭਾਈ ਗੰਗੋ ਨੇ ਪਹਿਲਾਂ ਲੰਗਰ ਵਿੱਚ ਬੈਠ ਕੇ ਪੰਗਤ 'ਚ ਬਹਿ ਕੇ ਪ੍ਰਸ਼ਾਦਾ ਛਕਿਆ, ਲੰਗਰ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ ਹੈ। ਪ੍ਰੇਮ ਧਾਰ ਪੁਨ ਗਮਨੇ ਉਪਾਸ, ਫਿਰ ਬੜਾ ਭਾਰੀ ਪ੍ਰੇਮ ਧਾਰ ਕੇ ਆਪਣੇ ਹਿਰਦੇ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਬਾਰ ਵਿੱਚ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ ਹੈ। ਦੇਖੇ ਜਬ ਮਨ ਭਇਓ ਹੁਲਾਸ, ਜਦੋਂ ਆ ਕੇ ਸਤਿਗੁਰਾਂ ਦੇ ਦਰਸ਼ਨ ਕੀਤੇ ਤੇ ਇਹਦਾ ਮਨ ਬੜਾ ਖੁਸ਼ ਹੋਇਆ। ਪਹਿਲਾਂ ਬੜਾ ਫਿਕਰਮੰਦ ਸੀ, ਚਿੰਤਾ ਤੁਰ ਸੀ। ਸਤਿਗੁਰੂ ਜੀ ਦੇ ਦਰਸ਼ਨ ਕਰਦਿਆਂ ਚਿੰਤਾ ਭੁੱਲ ਗਈ, ਮਨ ਦੇ ਫਿਕਰ ਜਾਂਦੇ ਰਹੇ। ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਪਰਸ ਕੇ ਦੇ ਮਨ 'ਚ ਖੁਸ਼ੀ ਹੋਈ, ਮਨ 'ਚ ਬੜਾ ਭਾਰੀ ਵਿਗਾਸ ਹੋਇਆ। ਤਰਾਹੇ ਤਰਾਹੇ ਕਰ ਸ਼ਰਨੀ ਪਰਿਓ, ਗੁਰ ਪਗ ਪੰਕਜ ਪਰ ਸਿਰ ਧਰਿਓ। ਸਤਿਗੁਰਾਂ ਨੂੰ ਕਹਿਣ ਲੱਗਾ, ਮਹਾਰਾਜ ਮੈਂ ਤੁਹਾਡੀ ਸ਼ਰਨ ਵਿੱਚ ਹਾਂ, ਸ਼ਰਨ ਵਿੱਚ ਹਾਂ, ਸ਼ਰਨ ਵਿੱਚ ਹਾਂ। ਕਿਰਪਾ ਕਰੋ, ਦਇਆ ਕਰੋ, ਮੈਨੂੰ ਆਪਣੀ ਸ਼ਰਨ ਵਿੱਚ ਰੱਖ ਲਓ। ਹੇ ਗਰੀਬ ਨਵਾਜ ਦਇਆਨਿਧ ਪਾਤਸ਼ਾਹ, ਮੈਂ ਤੁਹਾਡੀ ਸ਼ਰਨ 'ਚ ਹਾਂ। ਇਹ ਕਹਿ ਕੇ ਇਹ ਮਹਾਰਾਜ ਜੀ ਦੇ ਚਰਨਾਂ ਤੇ ਡਿੱਗਾ। ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਨਾਂ ਤੇ ਇਹਨੇ ਸਿਰ ਧਰਿਆ ਹੈ। ਬੈਠੇ ਹੋ ਨਿਕਟ ਕਹਿਓ ਗੁਰ ਦਿਆਲ, ਸਤਿਗੁਰਾਂ ਦੇ ਕੋਲ ਬਹਿ ਕੇ ਬੋਲਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ, ਕਹੋ ਗੰਗੋ ਕਿਆ ਤੋਰ ਹਵਾਲ। ਮਹਾਰਾਜ ਮੈਂ ਤੁਹਾਡੀ ਸ਼ਰਨ ਵਿੱਚ ਹਾਂ। ਤੇ ਅੱਗੋਂ ਸਤਿਗੁਰੂ ਜੀ ਜਾਣੀ ਜਾਣ ਸਭ ਕੁਝ ਜਾਣਦੇ ਨੇ। ਫਿਰ ਵੀ ਭਾਈ ਗੰਗੋ ਨੂੰ ਪੁੱਛਦੇ, ਹਾਂ ਭਾਈ ਗੰਗੋ ਦੱਸ ਤੇਰਾ ਕੀ ਹਾਲ ਹੈ। ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪੁੱਛਣ ਲੱਗੇ। ਸੁਨ ਕੇ ਨਿਜ ਸੰਕਟ ਸਭ ਕਹਿਓ। ਜਦੋਂ ਮਹਾਰਾਜ ਜੀ ਨੇ ਪੁੱਛਿਆ ਵੀ ਤੇਰਾ ਕੀ ਹਾਲ ਹੈ, ਫਿਰ ਇਹ ਫੁੱਟ ਫੁੱਟ ਕੇ ਰੋ ਕੇ ਆਪਣਾ ਦੁੱਖ ਗੁਰੂ ਅਮਰਦਾਸ ਸਾਹਿਬ ਜੀ ਨੂੰ ਦੱਸਣ ਲੱਗਾ। ਸਤਿਗੁਰੂ ਤੀਸਰੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਆਪਣਾ ਦੁੱਖ ਸੁਣਾਉਣ ਲੱਗਾ। ਪ੍ਰਭ ਜੀ ਧਨ ਤੋਟਾ ਮੈਂ ਲਹਿਓ। ਕਹਿਣ ਲੱਗਾ, ਮਹਾਰਾਜ ਜੀ ਮੇਰਾ ਪੈਸਿਆਂ ਦਾ ਕਾਰੋਬਾਰ ਹੈ, ਪੈਸੇ ਲੈਣ ਦੇਣ ਦਾ ਕੰਮ ਮੈਂ ਕਰਦਾ ਹਾਂ। ਤੇ ਪਾਤਸ਼ਾਹ ਜੀ ਮੇਰਾ ਧਨ ਵਿੱਚ ਬੜਾ ਭਾਰੀ ਨੁਕਸਾਨ ਹੋਇਆ ਹੈ, ਬਹੁਤ ਵੱਡਾ ਭਾਰੀ ਤੋਟਾ ਹੋਇਆ ਵੀ ਜਿੱਥੇ ਪੈਸੇ ਦਿੱਤੇ ਮੁੜ ਕੇ ਵਾਪਸ ਮੈਨੂੰ ਪ੍ਰਾਪਤ ਨਹੀਂ ਹੋਏ। ਮਹਾਰਾਜ ਜੀ ਇਹੋ ਜਿਹਾ ਮੈਨੂੰ ਨੁਕਸਾਨ ਹੋਇਆ ਹੈ। ਗੁਰੂ ਕਹਿਓ ਅਬ ਦਿੱਲੀ ਜਾਈਏ। ਸਤਿਗੁਰੂ ਜੀ ਕਹਿਣ ਲੱਗੇ, ਫਿਰ ਭਾਈ ਗੰਗੋ ਇੱਕ ਕੰਮ ਕਰ, ਤੂੰ ਹੁਣ ਦਿੱਲੀ ਨੂੰ ਚਲਾ ਜਾ। ਵਪਾਰ ਕਰਨਾ ਨਾ, ਨਵੇਂ ਸਿਰਿਓਂ ਵਪਾਰ ਸ਼ੁਰੂ ਕਰ ਤੇ ਹੁਣ ਤੂੰ ਦਿੱਲੀ ਚਲਾ ਜਾ ਸਾਡਾ ਬਚਨ ਮੰਨ ਕੇ। ਮਾਨ ਬਾਕ ਤੈ ਕੋਠੀ ਪਈ ਐ। ਤੇ ਸਾਡਾ ਬਚਨ ਮੰਨ ਕੇ ਦਿੱਲੀ ਟੁਰ ਜਾ ਤੇ ਉੱਥੇ ਬਾਜ਼ਾਰ ਵਿੱਚ ਜਾ ਕੇ ਇੱਕ ਆੜਤ ਦੀ ਦੁਕਾਨ ਖੋਲ ਲੈ। ਕੋਠੀ ਦਾ ਮਤਲਬ ਹੈ ਧਨਵਾਨ ਆੜਤ ਦੀ ਦੁਕਾਨ ਖੋਲਣਾ, ਜਿੱਥੇ ਪੈਸਾ ਲੈ ਕੇ ਲੋਕਾਂ ਕੋਲੋਂ ਪੈਸਾ ਲੈ ਕੇ ਉਹਦੇ ਬਦਲੇ ਧਨ ਦੇਣਾ, ਮਾਇਆ ਦੇਣੀ, ਜਾਂ ਮਾਇਆ ਦੇ ਕੇ ਲੋਕਾਂ ਕੋਲੋਂ ਵਿਆਜ ਵਸੂਲਣਾ, ਜਿਵੇਂ ਅੱਜ ਕੱਲ ਆੜਤ ਦੀਆਂ ਦੁਕਾਨਾਂ ਹੁੰਦੀਆਂ ਨੇ। ਮਹਾਰਾਜ ਜੀ ਕਹਿਣ ਲੱਗੇ ਵੀ ਜਾ ਕੇ ਤੂੰ ਆਪਣੀ ਆੜਤ ਦੀ ਦੁਕਾਨ ਕਰ ਲੈ, ਉੱਥੇ ਮਾਇਆ ਦੀ ਦੁਕਾਨ ਕਰ ਲੈ। ਸਤ ਸੰਗਤ ਕੀ ਸੇਵਾ ਕਰੋ, ਹੋਏ ਹੈ ਦਰਬ ਨਾ ਚਿੰਤਾ ਧਰੋ। ਸਤ ਸੰਗਤ ਦੀ ਸੇਵਾ ਜ਼ਰੂਰ ਕਰਨੀ, ਸੰਗਤ ਦੀ ਸੇਵਾ ਜ਼ਰੂਰ ਕਰਨੀ ਹੈ। ਮਾਇਆ ਦੀ ਕਮੀ ਨਹੀਂ ਆਉਣ ਲੱਗੀ, ਤੈਨੂੰ ਪੈਸੇ ਦੀ ਕਮੀ ਨਹੀਂ ਆਉਣ ਲੱਗੀ। ਪੈਸਾ ਫਿਰ ਤੇਰੇ ਕੋਲ ਬਹੁਤ ਆ ਜਾਏਗਾ, ਪਰ ਤੂੰ ਸੰਗਤ ਦੀ ਸੇਵਾ ਜ਼ਰੂਰ ਕਰਨੀ ਹੈ। ਸ਼੍ਰੀ ਗੁਰ ਕੀ ਆਇਸ ਲੈ ਗਇਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਵੇਂ ਹੁਕਮ ਕੀਤਾ, ਮਹਾਰਾਜ ਜੀ ਦੀ ਆਗਿਆ ਭਾਈ ਗੰਗੋ ਨੇ ਲਈ। ਔਰ ਮੈਂ ਕੋਠੀ ਪਾਵਤ ਪਇਓ। ਦਿੱਲੀ ਚਲਾ ਗਿਆ। ਦਿੱਲੀ ਜਾ ਕੇ ਵਪਾਰੀ ਤਾਂ ਹੈ ਹੀ ਸੀ, ਕਿਸੇ ਢੰਗ ਦੇ ਨਾਲ ਜਾ ਕੇ ਨੇ ਇੱਕ ਦੁਕਾਨ ਆੜਤ ਦੀ ਕਰ ਲਈ। ਮੁਗਲ ਅਚਾਨਕ ਇੱਕ ਤੈ ਆਇਓ। ਕਹਿੰਦੇ ਦੁਕਾਨ ਦੇ ਵਿੱਚ ਬੈਠਾ ਸੀ, ਮਹਾਰਾਜ ਜੀ ਨੇ ਆਪੇ ਹੀ ਖੇਡ ਬਣਾ ਦਿੱਤੀ। ਜਦੋਂ ਧਨਵਾਨ ਕਰਦੇ ਨੇ, ਜੇ ਧਨਵਾਨ ਨੂੰ ਨਿਰਧਨ ਕਰ ਸਕਦੇ ਨੇ ਤੇ ਨਿਰਧਨੇ ਨੂੰ ਧਨਵਾਨ ਕਰਦਿਆਂ ਵੀ ਦੇਰੀ ਨਹੀਂ ਲਾਉਂਦੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕਲਾ ਵਰਤਾਈ। ਕਹਿੰਦੇ ਇੱਕ ਪਠਾਨ ਉਸ ਵੇਲੇ ਉਸ ਬਾਜ਼ਾਰ ਦੇ ਵਿੱਚ ਆ ਪਹੁੰਚਿਆ ਜਿੱਥੇ ਇਹਨੇ ਦੁਕਾਨ ਕੀਤੀ ਹੋਈ ਸੀ। ਲੱਖ ਮੋਹਰ ਜਿਨ ਸੰਗ ਲਦਾਇਓ। ਉਹ ਜਿਹੜਾ ਪਠਾਨ ਸੀ ਉਹਨੇ 1 ਲੱਖ ਸੋਨੇ ਦੀਆਂ ਮੋਹਰਾਂ ਆਪਣੇ ਨਾਲ ਲੱਦ ਕੇ ਲਿਆਂਦੀਆਂ ਹੋਈਆਂ। ਖੱਚਰਾਂ ਦੇ ਉੱਤੇ 1 ਲੱਖ ਸੋਨੇ ਦੀਆਂ ਮੋਹਰਾਂ ਲੱਦੀਆਂ ਹੋਈਆਂ।
ਉਹ ਨਾਲ ਲੈ ਕੇ ਆਇਆ। एक फर्द हुंडी को चाहे। ਉਹ ਕਹਿਣ ਲੱਗਾ ਵੀ ਮੈਨੂੰ ਇੱਕੋ ਫਰਦ ਤੇ ਹੁੰਡੀ ਬਣਾ ਕੇ ਦੇਣੀ, ਵੱਖੋ ਵੱਖਰੀ ਨਹੀਂ ਕਰਨੀ। ਹੁਣ 1 ਲੱਖ ਰੁਪਏ ਦੀ 1 ਲੱਖ ਮੋਹਰਾਂ ਸੋਨੇ ਦੀਆਂ ਉਹਦੀ ਹੁੰਡੀ ਬਣਾਣੀ ਬੜਾ ਜ਼ਿਆਦਾ ਪੈਸਾ ਸੀ, ਬਹੁਤ ਜ਼ਿਆਦੀ ਮਾਇਆ ਸੀ। ਉਹਦੇ ਵਾਸਤੇ ਵੱਖੋ ਵੱਖਰੀਆਂ 5-4 ਹੁੰਡੀਆਂ ਤਾਂ ਬਣ ਸਕਦੀਆਂ ਸਨ, ਪਰ ਇਹ ਪਠਾਨ ਦੀ ਇਹ ਸ਼ਰਤ ਸੀ ਵੀ ਮੈਂ ਇੱਕੋ ਹੁੰਡੀ ਲੈਣੀ ਹੈ, ਇੱਕੋ ਫਰਦ ਦੇ ਉੱਤੇ ਮੈਨੂੰ ਹੁੰਡੀ ਲਿਖ ਕੇ ਦਿੱਤੀ ਜਾਵੇ। ਬੂਝਤ ਫਿਰਤ ਕੋਠੀਆਂ ਮਾਏ। ਉੱਥੇ ਬੜੀਆਂ ਦੁਕਾਨਾਂ ਸੀ ਆੜਤ ਦੀਆਂ, ਬਹੁਤ ਸਾਰੇ ਹੋਰ ਵੀ ਲੋਕ ਉੱਥੇ ਸ਼ਾਹੂਕਾਰ ਬੈਠੇ ਸੀ ਜਿਨ੍ਹਾਂ ਦਾ ਇਹ ਕੰਮ ਸੀ, ਕਾਰੋਬਾਰ ਸੀ ਧਨ ਦਾ। ਉਹਨਾਂ ਦੁਕਾਨਾਂ ਤੇ ਜਾ ਕੇ ਉਹ ਪਠਾਨ ਪੁੱਛਦਾ ਵੀ ਆ ਮੇਰੇ ਕੋਲ 1 ਲੱਖ ਅਸ਼ਰਫੀਆਂ ਨੇ ਸੋਨੇ ਦੀਆਂ ਤੇ ਮੈਨੂੰ ਇੱਕੋ ਹੁੰਡੀ ਚਾਹੀਦੀ ਹੈ, ਤੇ ਇਹ ਹੁੰਡੀ ਮੈਂ ਲਾਹੌਰ ਜਾ ਕੇ ਲੈਣੀ ਆ, ਉੱਥੇ ਜਾ ਕੇ ਮੈਨੂੰ ਮਿਲ ਜਾਏ। ਇਸ ਪ੍ਰਕਾਰ ਨਾਲ ਕਹਿੰਦੇ ਬੜੇ ਸ਼ਾਹੂਕਾਰਾਂ ਨੂੰ ਜਾ ਕੇ ਪਠਾਨ ਮਿਲਿਆ। ਸੁਨ ਹੁੰਡੀ ਇੱਕ ਕਰੇ ਨ ਕੋ। ਹੁਣ ਅੱਗੋਂ ਕੋਈ ਵੀ ਸ਼ਾਹੂਕਾਰ ਇੰਨਾ ਹੌਸਲਾ ਨਾ ਕਰੇ ਵੀ 1 ਲੱਖ ਸੋਨੇ ਦੀਆਂ ਸ਼ਰਫੀਆਂ ਦੀ ਹੁੰਡੀ ਅਸੀਂ ਕਿਵੇਂ ਕਰਕੇ ਦਈਏ, ਤਾਂ ਬੜਾ ਪੈਸਾ ਹੈ, ਇੰਨਾ ਧਨ ਇੰਨੀ ਹੁੰਡੀ। ਹੁਣ ਇੰਨੇ ਪੈਸੇ ਜਿਹੜੇ ਹੁੰਡੀ ਕਰਕੇ ਦੇ ਦਿੱਤੇ, ਪਹੁੰਚਾਣੇ ਵੀ ਤਾਂ ਹੈਣ, ਦਿੱਲੀ ਤੋਂ ਲਾਹੌਰ ਪਹੁੰਚਾਣੇ ਨੇ, ਤੇ ਰਸਤੇ ਵਿੱਚ ਚੋਰਾਂ ਦਾ ਵੀ ਡਰ ਹੈ, ਰਾਹ ਮਾਰਾਂ ਦਾ ਵੀ ਡਰ ਹੈ, ਉੱਥੇ ਪਹੁੰਚਣਗੇ ਕਿਵੇਂ? ਹੁਣ ਡਰ ਸੀ ਉਹਨਾਂ ਸ਼ਾਹੂਕਾਰਾਂ ਨੂੰ ਵੀ ਪਹੁੰਚਾਵਾਂਗੇ ਕਿਵੇਂ ਉੱਥੇ। ਇਸ ਕਰਕੇ ਕਿਸੇ ਨੇ ਵੀ 1 ਹੁੰਡੀ ਕਰਨ ਤੋਂ ਹਰ ਇੱਕ ਨੇ ਇਨਕਾਰ ਕਰ ਦਿੱਤਾ। ਕੋਈ ਵੀ 1 ਹੁੰਡੀ, ਅੱਜ ਕੱਲ ਜਿਵੇਂ ਚੈੱਕ ਹੁੰਦੇ ਨੇ ਉਦੋਂ ਹੁੰਡੀਆਂ ਬਣਦੀਆਂ ਸਨ, ਕਹਿੰਦੇ ਕਿਸੇ ਨੇ ਵੀ 1 ਹੁੰਡੀ ਤਿਆਰ ਕਰਕੇ ਨਹੀਂ ਦਿੱਤੀ। ਦਰਬ ਅਦਕ ਤੇ ਤਰਾਸਤ ਸੋ। ਪੈਸਾ ਬਹੁਤ ਜ਼ਿਆਦਾ ਸੀ, ਸਭ ਦੇ ਮਨ ਦੇ ਵਿੱਚ ਡਰ ਹੈ ਵੀ ਹੁੰਡੀ ਤਾਂ ਦੇ ਦੇਾਂਗੇ, ਪਰ ਜ਼ਿੰਮੇਵਾਰੀ ਕੌਣ ਲਵੇ ਉੱਥੇ ਪਹੁੰਚਾਉਣ ਦੀ? ਇਹ ਪੈਸੇ ਉੱਥੇ ਪਹੁੰਚਾਵਾਂਗੇ ਕਿਵੇਂ ਜਿੱਥੇ ਨੇ ਜਾ ਕੇ ਮੰਗਣੇ ਨੇ? ਕਿਉਂਕਿ ਚੈੱਕ ਲਿਖ ਕੇ ਹੁੰਡੀ ਲਿਖ ਕੇ ਦੇ ਦਿੰਦੇ ਸੀ, ਦੂਜੇ ਸ਼ਹਿਰ ਵਿੱਚ ਹੁੰਡੀ ਦੂਜੇ ਸ਼ਾਹੂਕਾਰ ਨੂੰ ਵਿਖਾਣੀ, ਉੱਥੋਂ ਫਿਰ ਉਹ ਆਪਣਾ ਪੈਸਾ ਲੈ ਲੈਂਦੇ ਸੀ। ਪਰ ਹੁਣ 1 ਲੱਖ ਸੋਨੇ ਦੀਆਂ ਸ਼ਰਫੀਆਂ ਦੀ ਹੁੰਡੀ ਕਰਕੇ ਦੇਣ ਵਾਸਤੇ ਕਿਸੇ ਨੇ ਵੀ ਹੌਸਲਾ ਨਹੀਂ ਕੀਤਾ। ਤਬ ਗੰਗੋ ਕੀ ਕੋਠੀ ਆਇਓ। ਇਹ ਚਲਦਾ ਚਲਦਾ ਭਾਈ ਗੰਗੋ ਦੀ ਕੋਠੀ ਤੱਕ ਵੀ ਆ ਪਹੁੰਚਿਆ। ਕੱਲੀ ਕੱਲੀ ਦੁਕਾਨ ਤੇ ਪੁੱਛਦਾ ਫਿਰਦਾ ਸੀ। ਇਹਨੇ ਨੂੰ ਜਿੱਥੇ ਭਾਈ ਗੰਗੋ ਜੀ ਦੁਕਾਨ 'ਚ ਬੈਠੇ ਸੀ ਉੱਥੇ ਚੱਲ ਕੇ ਆਇਆ। ਇਹ ਪਠਾਨ ਭਾਈ ਗੰਗੋ ਨੂੰ ਆ ਕੇ ਮਿਲਿਆ। ਇੱਕ ਹੁੰਡੀ ਮੈਂ ਚਹਿਤ ਕਰਾਇਓ। ਇਹਨੇ ਭਾਈ ਗੰਗੋ ਨੂੰ ਆ ਕੇ ਆਖਿਆ ਵੀ ਸੇਠ ਜੀ, ਮੈਂ 1 ਹੁੰਡੀ ਤਿਆਰ ਕਰਾਣਾ ਚਾਹੁੰਦਾ, ਆ ਮੇਰੇ ਕੋਲ 1 ਲੱਖ ਸੋਨੇ ਦੀਆਂ ਸ਼ਰਫੀਆਂ ਨੇ, ਇਹਨਾਂ ਦੀ ਇੱਕੋ ਹੁੰਡੀ ਬਣਾਉਣਾ ਚਾਹੁੰਦਾ ਹਾਂ। ਸਤਿਗੁਰ ਕੇ ਬਚ ਸਿਮਰਨ ਕਰੇ। ਹੁਣ ਭਾਈ ਗੰਗੋ ਨੇ ਵੇਖਿਆ ਵੀ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਸੀ ਵੀ ਤੈਨੂੰ ਕਮੀ ਨਹੀਂ ਰਹਿਣ ਲੱਗੀ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨ ਭਾਈ ਗੰਗੋ ਨੇ ਯਾਦ ਕੀਤੇ। ਇਸ ਤੇ ਤਨ ਮਮ ਬ੍ਰਿਧਤਾ ਧਰੇ। ਇਹ ਸ਼ਾਇਦ ਇਹੀ ਸਬਬ ਬਣ ਗਿਆ ਵੀ ਏਡਾ ਵੱਡਾ ਕੰਮ, ਹੁਣ ਜਿੰਨਾ ਵੱਡਾ ਕੰਮ ਕਰਾਂਗੇ ਉਹਦੇ ਚ ਮੁਨਾਫਾ ਵੀ ਉਨਾ ਜ਼ਿਆਦਾ ਹੋਣਾ। ਭਾਈ ਗੰਗੋ ਨੇ ਸੋਚਿਆ ਵੀ ਇਹਦੇ ਵਿੱਚ ਤਾਂ ਕਾਫੀ ਲਾਭ ਵੀ ਹੋ ਹੈ, ਤਾਂ ਰਿਸਕ ਵਾਲਾ ਕੰਮ, ਬਹੁਤ ਜ਼ਿਆਦਾ ਔਖਾ ਕਠਿਨ ਕੰਮ ਹੈ, ਪਰ ਇਹਦੇ ਵਿੱਚ ਲਾਭ ਵੀ ਜ਼ਿਆਦਾ ਹੋਵੇਗਾ। ਮੈਂ ਕਰ ਹੋ ਹੁੰਡੀ ਕਹਿ ਦਿਓ। ਇਹਨੇ ਕਹਿ ਦਿੱਤਾ ਗੰਗੋ ਨੇ ਵੀ ਮੈਂ ਤੇਰੀ ਹੁੰਡੀ ਤਿਆਰ ਕਰਕੇ, 1 ਹੁੱਕੋ ਹੁੰਡੀ ਤੇਰੀ ਤਿਆਰ ਕਰਕੇ ਦੇ ਦੇਣਾ। ਗੁਰੂ ਤੇ ਭਰੋਸਾ ਕਰਕੇ ਭਾਈ ਗੰਗੋ ਨੇ ਉਸ ਪਠਾਨ ਨੂੰ ਇਹ ਗੱਲ ਕਹਿ ਦਿੱਤੀ। ਦਰਬ ਮੁਗਲ ਤੇ ਸਗਰੋ ਲਿਓ। ਉਹ ਜਿਹੜਾ ਪੈਸਾ ਸੀ ਸਾਰਾ 1 ਲੱਖ ਸੋਨੇ ਦੀਆਂ ਸ਼ਰਫੀਆਂ, ਉਹ ਸਾਰੀਆਂ ਭਾਈ ਗੰਗੋ ਨੇ ਆਪਣੇ ਕੋਲ ਰੱਖ ਲਈਆਂ, ਔਰ ਉਹਦੇ ਬਦਲੇ ਵਿੱਚ 1 ਹੁੰਡੀ ਤਿਆਰ ਕਰਕੇ, ਇੱਕੋ ਹੁੰਡੀ ਉਹਦੇ ਤੇ ਇੱਕੋ ਫਰਦ ਦੇ ਉੱਤੇ ਲਿਖ ਕੇ ਦੇ ਦਿੱਤੀਆਂ। ਲਿਖੀ ਦਰਸ਼ਨੀ ਤੈ ਕਰ ਦੀਨੀ। ਔਰ ਉਹ ਹੁੰਡੀ ਦਾ ਨਾਂ ਦਰਸ਼ਨੀ ਹੁੰਡੀ ਲਿਖਿਆ ਵੀ ਜਿਹੜਾ ਇਹੀ ਵਿਖਾਵੇ ਤੇ ਇਸੇ ਨੂੰ ਮਿਲੇਗਾ, ਕਿਸੇ ਹੋਰ ਨੂੰ ਨਹੀਂ। ਜਿਹਦੇ ਨਾਂ ਤੇ ਹੁੰਡੀ ਹੋਵੇਗੀ, ਔਰ ਜਿਹਦਾ ਦਰਸ਼ਨੀ ਹੁੰਡੀ ਦਾ ਮਤਲਬ ਹੈ ਜਿਵੇਂ ਅੱਜ ਕੱਲ ਕਿਸੇ ਦੇ ਨਾਂ ਦੇ ਚੈੱਕ ਕੱਟਿਆ ਜਾਏ ਉਸੇ ਨੂੰ ਮਿਲਦਾ ਹੈ, ਕੋਈ ਦੂਜਾ ਨਹੀਂ ਉਹਦਾ ਉਹ ਚੈੱਕ ਲੈ ਸਕਦਾ। ਏਦਾਂ ਦਰਸ਼ਨੀ ਹੁੰਡੀ ਹੁੰਦੀ ਸੀ ਉਹਨਾਂ ਸਮਿਆਂ 'ਚ ਕਿ ਉਹਦਾ ਚਿਹਰਾ ਮੋਹਰਾ ਲਿਖ ਦੇਣਾ ਵੀ ਏਦਾਂ ਦਾ ਚਿਹਰਾ, ਇੰਨਾ ਕੱਦ ਹੈ, ਏਦਾਂ ਦਾ ਰੰਗ ਹੈ, ਇਹ ਬੰਦਾ, ਇਹਦਾ ਨਾਂ ਹੈ, ਇਹਦੇ ਬਾਪ ਦਾ ਨਾਂ ਹੈ, ਇੰਨੇ ਪੈਸੇ ਨੇ ਔਰ ਇਹ ਦੇਣੇ ਨੇ। ਕਹਿੰਦੇ ਇਸ ਤਰ੍ਹਾਂ ਦੀ 1 ਦਰਸ਼ਨੀ ਹੁੰਡੀ ਜਿਹੜੀ ਹੈ
ਉਹ ਲਿਖ ਕੇ ਦੇ ਦਿੱਤੀ ਭਾਈ ਗੰਗੋ ਸ਼ਾਹ ਨੇ। लेकर लापुर तैयारी कीनी। ਉਹ ਹੁੰਡੀ ਲੈ ਕੇ ਪਠਾਨ ਨੇ ਉੱਥੋਂ ਦਿੱਲੀ ਤੋਂ ਲਾਹੌਰ ਨੂੰ ਤਿਆਰੀ ਕਰ ਲਈ। तब गंगो दिनार जो सारी। ਹੁਣ ਉਹ ਜਿੰਨੀਆਂ ਸ਼ਰਫੀਆਂ ਸਨ ਭਾਈ ਗੰਗੋ ਨੇ ਵੇਖੀਆਂ। पहुंचाई तिस नगर अगारी। ਹੁਣ ਉਸ ਪਠਾਨ ਦੇ ਪਹੁੰਚਣ ਤੋਂ ਪਹਿਲਾਂ ਉਹ ਪੈਸੇ ਉੱਥੇ ਪਹੁੰਚਣੇ ਚਾਹੀਦੇ ਸੀ। ਭਾਈ ਗੰਗੋ ਨੇ ਸਿਪਾਹੀ ਤਿਆਰ ਕੀਤੇ, ਫੌਜਾਂ ਤਿਆਰ ਕੀਤੀਆਂ, ਜਿਹੜੇ ਬੰਦੇ ਪੈਸਾ ਪਹੁੰਚਾਉਣ ਦਾ ਕੰਮ ਕਰਦੇ ਸੀ ਉਹਨਾਂ ਨੂੰ ਤਿਆਰ ਕੀਤਾ ਤੇ ਉਹ 1 ਲੱਖ ਜਿਹੜੀਆਂ ਸ਼ਰਫੀਆਂ ਸਨ ਸੋਨੇ ਦੀਆਂ ਉਹ ਦਿੱਲੀ ਤੋਂ ਲਾਹੌਰ ਪਹੁੰਚਦੀਆਂ ਕੀਤੀਆਂ, ਉੱਥੇ ਪਹੁੰਚਾਉਣ ਵਾਸਤੇ ਯਤਨ ਕੀਤਾ। ਮੁਗਲ ਪ੍ਰਵੇਸ਼ੀਓ ਲਾਪੁਰ ਜਾਏ। ਉਸ ਮੁਗਲ ਦੇ ਉੱਥੋਂ ਪਹੁੰਚਣ ਤੋਂ ਪਹਿਲਾਂ ਪਠਾਨ ਦੇ ਭਾਈ ਗੰਗੋ ਦੀਆਂ ਭੇਜੀਆਂ ਹੋਈਆਂ ਜਿਹੜੀਆਂ ਮੋਹਰਾਂ ਸਨ ਪਠਾਨ ਦੀਆਂ ਉਹ ਲਾਹੌਰ 'ਚ ਪਹਿਲਾਂ ਪਹੁੰਚ ਗਈਆਂ। ਗਇਓ ਬਨਕ ਢਿਗ ਹਾਟ ਪੁੱਛਾਏ। ਤੇ ਜਿਹੜਾ ਭਾਈ ਗੰਗੋ ਦੇ ਨਾਲ ਸੰਪਰਕ ਰੱਖਣ ਵਾਲਾ ਸ਼ਾਹੂਕਾਰ ਸੀ ਉਹਦੀ ਦੁਕਾਨ ਤੋਂ ਪੈਸੇ ਮਿਲਣੇ ਸਨ ਸਾਰੇ। ਉਹ 1 ਲੱਖ ਸ਼ਰਫੀਆਂ ਮਿਲਣੀਆਂ ਸੀ। ਪਠਾਨ ਜਿਹੜਾ ਉਸੇ ਦੁਕਾਨ ਤੇ ਚੱਲ ਕੇ ਗਿਆ ਜਿਹੜੀ ਭਾਈ ਗੰਗੋ ਨੇ ਲਿਖੀ ਸੀ। ਮੋਰ ਦਰਸ਼ਨੀ ਹੁੰਡੀ ਲਿਓ। ਇਹਨੇ ਜਾ ਕੇ ਆਖਿਆ ਵੀ ਲਓ ਮਹਾਰਾਜ ਇਹ ਦਰਸ਼ਨੀ ਹੁੰਡੀ ਮੇਰੀ ਹੈ ਤੇ ਆ ਮੇਰੀਆਂ ਜਿਹੜੀਆਂ ਮੋਹਰਾਂ ਤੁਹਾਡੇ ਕੋਲ ਆਈਆਂ ਨੇ ਉਹ ਮੈਨੂੰ ਵਾਪਸ ਕਰੋ। ਲੱਖ ਮੋਹਰ ਅਬ ਗਿਣ ਕਰ ਦਿਓ। 1 ਲੱਖ ਮੋਹਰਾਂ ਮੇਰੀਆਂ ਗਿਣਤੀ ਕਰਕੇ ਮੈਨੂੰ ਵਾਪਸ ਕਰੋ। ਪਹੁੰਚੀ ਮੋਹਰ ਸਦਈ ਨਿਕਾਸ। ਉਹ ਬਾਣੀਏ ਨੇ ਉਸੇ ਵੇਲੇ ਜਿੰਨੀਆਂ ਮੋਹਰਾਂ ਪਹੁੰਚੀਆਂ ਸਾਨੂੰ ਸਾਰੀਆਂ ਗਿਣ ਕੇ 1 ਮੋਹਰ ਗਿਣ ਕੇ ਉਹ ਇਸ ਪਠਾਨ ਨੂੰ ਵਾਪਸ ਦਿੱਤੀਆਂ। 1 ਲੱਖ ਮੋਹਰਾਂ ਇਹਦੀਆਂ ਪੂਰੀਆਂ ਮਿਲ ਗਈਆਂ। ਗਇਓ ਮੁਗਲ ਲੈ ਹਿਰਦੇ ਹੁਲਾਸ। ਤੇ ਮੁਗਲ ਨੇ ਵੇਖਿਆ ਵੀ ਮੇਰਾ ਪੈਸਾ ਪਹੁੰਚ ਗਿਆ ਸਹੀ ਸਲਾਮਤ ਇੱਥੇ ਤੱਕ। ਉਹ ਬੜਾ ਖੁਸ਼ ਹੋਇਆ ਔਰ ਆਪਣਾ ਰੁਪਈਆ ਲੈ ਕੇ ਔਰ ਉਹਦੇ ਬਦਲੇ 'ਚ ਜਿਹੜਾ ਮਿਹਨਤਾਨਾ ਹੁੰਦਾ ਹੈ ਉਹ ਸਾਰਾ ਮਿਹਨਤਾਨਾ ਦੇ ਕੇ ਵਾਪਸ ਗਿਆ ਹੈ। ਤਿਸ ਪੀਛੇ ਗੰਗੋ ਕੋ ਕਾਮ। ਕਹਿੰਦੇ ਬਸ ਇਹ ਪਹਿਲਾ ਕੰਮ ਆਇਆ ਭਾਈ ਗੰਗੋ ਕੋਲੋਂ, ਇਸ ਤੋਂ ਬਾਅਦ ਫਿਰ ਤਾਂ ਕਈ ਕੰਮ ਆਏ। ਕਹਿੰਦੇ ਉਸ ਦਿਨ ਤੋਂ ਬਾਅਦ ਭਾਈ ਗੰਗੋ ਦਾ ਜਿਹੜਾ ਕੰਮ ਚੜ੍ਹਦੀ ਕਲਾ 'ਚ ਜਾਣ ਲੱਗਾ। ਭਇਓ ਬ੍ਰਿਧ ਤੈਸੋ ਧਨ ਧਾਮ। ਕਹਿੰਦੇ ਫਿਰ ਤਾਂ ਕਮਾਈ ਵਧਣ ਲੱਗੀ। ਨਾ ਹੋ ਗਿਆ ਵੀ ਜਿਹਨੇ 1 ਲੱਖ ਰੁਪਏ ਦੀ ਕਿਸੇ ਸ਼ਾਹੂਕਾਰ ਨੇ ਹੁੰਡੀ ਨਹੀਂ ਕੀਤੀ, 1 ਲੱਖ ਮੋਹਰਾਂ ਦੀ ਇਹਨੇ ਕਰ ਦਿੱਤੀ। ਇਸ ਕਰਕੇ ਭਾਈ ਗੰਗੋ ਦਾ ਨਾਂ ਬੜਾ ਪ੍ਰਗਟ ਹੋ ਗਿਆ ਤੇ ਬੜਾ ਵਪਾਰ ਭਾਈ ਗੰਗੋ ਦਾ ਦਿੱਲੀ ਵਿੱਚ ਚੱਲਣ ਲੱਗਾ। ਵਦੀ ਪ੍ਰਤੀਤ ਚਲਿਓ ਵਿਵਹਾਰ। ਭਰੋਸਾ ਵੀ ਬਣ ਗਿਆ ਲੋਕਾਂ ਦਾ ਵੀ ਜਿਹਨੇ 1 ਲੱਖ ਮੋਹਰਾਂ ਪਹੁੰਚਾ ਦਿੱਤੀਆਂ ਲਾਹੌਰ ਤਾਈਂ ਵੀ ਇਹਦੇ ਕੋਲੋਂ ਸਾਡਾ ਪੈਸਾ ਕਿਹੜਾ ਮਰਨਾ। ਲੋਕਾਂ ਨੇ ਆ ਕੇ ਪੈਸਾ ਦੇਣਾ ਸ਼ੁਰੂ ਕਰ ਦਿੱਤਾ। ਏਦਾਂ ਇਹਦਾ ਵਪਾਰ ਜਿਹੜਾ ਦਿਨ ਪ੍ਰਤੀ ਦਿਨ ਵਧਣ ਲੱਗਾ। ਜਾਣਿਓ ਬਹੁਤੇ ਨਗਰ ਮਝਾਰ। ਸਾਰੇ ਨਗਰ ਦੇ ਵਿੱਚ ਦਿੱਲੀ ਵਿੱਚ ਆਲੇ ਦੁਆਲੇ ਹੋਰ ਨਗਰਾਂ ਵਿੱਚ ਭਾਈ ਗੰਗੋ ਦਾ ਨਾਂ ਚੱਲਣ ਲੱਗਾ। ਕਿਤਕ ਬਰਸ ਬੀਤੇ ਤਿਸ ਥਾਇਓ। ਏਦਾਂ ਹੀ ਇਹਨੂੰ ਕੁਝ ਸਮਾਂ ਕੁਝ ਸਾਲ ਦਿੱਲੀ ਰਹਿੰਦਿਆਂ ਬਤੀਤ ਹੋ ਗਏ। ਤਬ ਸ਼੍ਰੀ ਅਮਰ ਨਿਕਟ ਦਿਜੀ ਆਇਓ। ਖਾਲਸਾ ਜੀ ਜਦੋਂ ਮੱਤ ਤੇ ਪੜਦਾ ਪੈਂਦਾ ਤੇ ਫਿਰ ਕੀ ਹੁੰਦਾ, ਹੁਣ ਉਹ ਬਚਨ ਚੱਲਣ ਲੱਗਾ। ਇੱਕ ਬ੍ਰਾਹਮਣ ਦਿਜ ਸੀ, ਬ੍ਰਾਹਮਣ ਸੀ, ਉਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਗੋਇੰਦਵਾਲ ਸਾਹਿਬ ਆਇਆ। ਕੰਨਿਆ ਏਕ ਨਿਕੇਤ ਕੁਮਾਰੀ। ਉਹਦੇ ਘਰ 'ਚ ਇੱਕ ਕੁਆਰੀ ਕੰਨਿਆ ਸੀ, ਕੁਆਰੀ ਲੜਕੀ ਸੀ। ਸ਼੍ਰੀ ਗੁਰ ਆਇਓ ਸ਼ਰਨ ਤੁਮਾਰੀ। ਉਹਨੇ ਆ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਗਰੀਬ ਨਵਾਜ ਮੈਂ ਤੁਹਾਡੀ ਸ਼ਰਨ ਵਿੱਚ ਆਇਆ, ਮੈਨੂੰ ਤੁਹਾਡਾ ਆਸਰਾ ਹੈ। ਕਿਤਕ ਦਰਬ ਤੁਮ ਤੇ ਜਬ ਪਾਵੋ। ਮਹਾਰਾਜ ਜੀ ਮੇਰੀ ਲੜਕੀ ਜਵਾਨ ਹੈ ਤੇ ਮੈਂ ਉਹਦੀ ਸ਼ਾਦੀ ਕਰਨੀ, ਸ਼ਾਦੀ ਉਹਦੀ ਨੇੜੇ ਆ ਰਹੀ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਮੈਨੂੰ ਕੁਝ ਮਾਇਆ ਦੇ ਦਿਓ, ਕੁਝ ਧਨ ਦੇ ਦਿਓ ਕਿ ਮੈਂ ਉਸ ਧਨ ਨਾਲ ਆਪਣੀ ਲੜਕੀ ਦੀ ਸ਼ਾਦੀ ਕਰ ਸਕਾਂ। ਕੰਨਿਆ ਪਾਨ ਗ੍ਰਹਿਣ ਕਰਵਾਵੋ। ਮਹਾਰਾਜ ਮੈਂ ਆਪਣੀ ਲੜਕੀ ਦਾ ਪਾਨ ਗ੍ਰਹਿਣ, ਕਹਿੰਦੇ ਨੇ ਸ਼ਾਦੀ ਨੂੰ, ਵਿਵਾਹ ਨੂੰ, ਆਪਣੀ ਲੜਕੀ ਦਾ ਵਿਵਾਹ ਕਰ ਸਕਾਂ, ਮੈਨੂੰ ਕੁਝ ਧਨ ਚਾਹੀਦਾ ਹੈ। ਰਿਣ ਰਿਪ ਬਲ ਤੇ ਦੁੱਖ ਨੇ ਐਸੇ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਨੂੰ ਪਤਾ ਹੀ ਹੈ ਘਰ ਦੇ ਵਿੱਚ ਕੋਈ ਜਵਾਨ ਕੁਆਰੀ ਕੰਨਿਆ ਹੋਵੇ ਤੇ ਬਾਪ ਦੇ ਸਿਰ ਦੇ ਉੱਤੇ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਉਹਦੀ ਜਦੋਂ ਤੱਕ ਸ਼ਾਦੀ ਨਹੀਂ ਹੋ ਜਾਂਦੀ ਉਦੋਂ ਤੱਕ ਪਿਤਾ ਦੇ ਮਨ ਨੂੰ ਸਕੂਨ ਨਹੀਂ ਮਿਲਦਾ। ਪਿਤ ਕੁਮਾਰ ਕੋ ਪਾਵਤ ਜੈਸੇ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ ਵੀ ਮੈਂ ਆਪਣੀ ਲੜਕੀ ਦੀ ਸ਼ਾਦੀ ਕਰਨੀ, ਮੈਨੂੰ ਧਨ ਚਾਹੀਦਾ ਹੈ।
ਮਾਇਆ ਦੀ ਕੁਝ ਆਪ ਜੀ ਮੇਰੀ ਕਿਰਪਾ ਕਰਕੇ ਮਦਦ ਕਰੋ। ਸ਼੍ਰੀ ਗੁਰ ਕਿਰਪਾ ਧਾਰ ਸੁਖ ਰਾਸ। ਸਤਿਗੁਰੂ ਜੀ ਨੇ ਜਦੋਂ ਪੰਡਤ ਜੀ ਦੀ ਬੇਨਤੀ ਸੁਣੀ ਤੇ ਸੁਣ ਕੇ ਗਰੀਬ ਨਵਾਜ ਦਇਆਨਿਧ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ, ਲਿਖੇ ਰਜਤ ਪਣ ਦੇਹੋ 50। ਮਹਾਰਾਜ ਜੀ ਨੇ ਆਖਿਆ, ਪੰਡਤ ਜੀ ਫਿਕਰ ਨਾ ਕਰੋ ਵੀ ਦਿੱਲੀ ਵਿੱਚ ਰਹਿੰਦੇ ਹੋ ਤੁਸੀਂ, ਤੇ ਦਿੱਲੀ ਵਿੱਚ ਸਾਡਾ ਇੱਕ ਸਿੱਖ ਰਹਿੰਦਾ ਭਾਈ ਗੰਗੋ, ਉਹ ਸ਼ਾਹੂਕਾਰ ਹੈ, ਤੇ ਸਤਿਗੁਰਾਂ ਨੇ ਇੱਕ ਹੁੰਡੀ ਲਿਖ ਕੇ ਦੇ ਦਿੱਤੀ ਵੀ ਆਹ 50 ਰੁਪਈਆ ਅਸੀਂ ਲਿਖ ਦਿੱਤਾ, ਉਹਦੇ ਕੋਲੋਂ ਜਾ ਕੇ ਉੱਥੋਂ ਲੈ ਲਿਓ। ਜੇ ਗੰਗੋ ਦੇ ਕੋਲੋਂ, ਉਹਦੀ ਦੁਕਾਨ ਹੈ ਉੱਥੇ, ਤੇ ਭਾਈ ਗੰਗੋ ਦੇ ਕੋਲੋਂ ਆ 50 ਰੁਪਈਆ ਉੱਥੇ ਜਾ ਕੇ ਲੈ ਲਿਆ ਜੇ। ਏਦਾਂ ਸਤਿਗੁਰਾਂ ਨੇ ਇੱਕ 50 ਰੁਪਏ ਦੀ ਹੁੰਡੀ ਲਿਖ ਕੇ ਉਸ ਪੰਡਤ ਨੂੰ ਮਦਦ ਕਰਨ ਵਾਸਤੇ ਦੇ ਦਿੱਤੀ। ਗੰਗੋ ਪਰ ਹੁੰਡੀ ਕਰ ਦੀਨ। ਏਦਾਂ ਭਾਈ ਗੰਗੋ ਦੇ ਨਾਂ ਤੇ ਹੁੰਡੀ ਲਿਖ ਦਿੱਤੀ। ਸਤਿਗੁਰਾਂ ਨੇ ਆਪਣੇ ਦਸਖਤ ਵੀ ਕਰ ਦਿੱਤੇ ਵੀ ਇਹ ਹੁੰਡੀ ਲੈ ਜਾਓ ਤੇ ਭਾਈ ਗੰਗੋ ਦੇ ਕੋਲੋਂ ਜਾ ਕੇ 50 ਰੁਪਏ ਲੈ ਲੈਣਾ ਦਿੱਲੀ ਜਾ ਕੇ। ਲੈ ਕਰ ਵਿਪਰ ਗਮਨ ਕੋ ਕੀਨ। ਇਹ ਪੰਡਤ ਨੇ ਉਹ ਹੁੰਡੀ ਸਤਿਗੁਰਾਂ ਦੀ ਲਈ ਤੇ ਲੈ ਕੇ ਮਹਾਰਾਜ ਸੱਚੇ ਪਾਤਸ਼ਾਹ ਕੋਲੋਂ ਵਿਦਾ ਹੋ ਕੇ ਗਿਆ। ਪਹੁੰਚੇ ਉਪਰ ਕਾਗਜ਼ ਜਬ ਦਿਓ। ਇਹ ਜਦੋਂ ਦਿੱਲੀ ਪਹੁੰਚਿਆ, ਭਾਈ ਗੰਗੋ ਦੀ ਦੁਕਾਨ ਤੇ ਆਇਆ, ਪੁੱਛਦਾ, ਭਾਈ ਗੰਗੋ ਦਾ ਨਾਮ ਬੜਾ ਮਸ਼ਹੂਰ ਹੋ ਚੁੱਕਾ ਸੀ, ਤੇ ਪੁੱਛ ਕੇ ਭਾਈ ਗੰਗੋ ਦੀ ਦੁਕਾਨ ਤੇ ਪਹੁੰਚਿਆ। ਗੰਗੋ ਪਿਕ ਬਿਸਮੇ ਹੋਏ ਗਇਓ। ਭਾਈ ਗੰਗੋ ਨੂੰ ਜਾ ਕੇ ਹੁੰਡੀ ਵਿਖਾਈ ਵੀ, ਹਾਲਾਂਕਿ ਸਤਿਗੁਰਾਂ ਨੇ ਪੈਸੇ ਮੋੜ ਹੀ ਦੇਣੇ ਸੀ ਨਾ, ਵੀ ਜਦੋਂ ਗੰਗੋ ਸਾਡੇ ਕੋਲ ਆਏਗਾ ਅਸੀਂ ਉਹਨੂੰ ਪੈਸੇ ਦੇ ਦੇਾਂਗੇ, ਹੁਣ ਤੁਸੀਂ ਉੱਥੋਂ ਜਾ ਕੇ ਲੈ ਲਓ। ਤੋ ਭਾਈ ਗੰਗੋ ਨੂੰ ਜਿਸ ਵੇਲੇ ਸਤਿਗੁਰਾਂ ਦੀ ਲਿਖੀ ਹੋਈ ਹੁੰਡੀ ਵੇਖੀ ਤੇ ਵੇਖ ਕੇ ਉਹ ਬੜਾ ਹੈਰਾਨ ਹੋਇਆ। ਦੂਸ਼ਣ ਪਾਇਓ ਨਾ ਧਨ ਕੋ ਦੀਨ। ਚੁੱਪ ਕਰ ਗਿਆ। ਹੁੰਡੀ ਜਿਹੜੀ ਉਹ ਇੱਕ ਪਾਸੇ ਕਰ ਦਿੱਤੀ, ਕਹਿੰਦਾ ਜੀ ਮੇਰੇ ਕੋਲ ਤਾਂ ਪੈਸੇ ਕੋਈ ਨਹੀਂ। ਹਾਲਾਂਕਿ ਵੇਖ ਵੀ ਲਿਆ ਵੀ ਸਤਿਗੁਰਾਂ ਦੇ ਘਰ ਦੀ ਹੁੰਡੀ ਹੈ, ਮਹਾਰਾਜ ਜੀ ਦੇ ਘਰ ਦੇ ਵਿੱਚੋਂ ਲਿਖ ਕੇ ਗੁਰੂ ਅਮਰਦਾਸ ਸਾਹਿਬ ਨੇ ਭੇਜੀ ਹੈ। ਤੇ ਵੇਖ ਕੇ ਜਦੋਂ ਮੱਤ ਤੇ ਪੜਦਾ ਪੈਂਦਾ, ਬੁਰੇ ਸਮੇਂ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਆਉਂਦਾ, ਅਕਲ ਤੇ ਪੜਦਾ ਪਾ ਦਿੰਦਾ। ਵਿਨਾਸ਼ ਕਾਲੇ ਵਿਪਰੀਤ ਬੁੱਧੀ, ਇਸ ਤਰ੍ਹਾਂ ਦੀ ਖੇਡ ਬਣਦੀ ਹੈ। ਤੇ ਕਹਿੰਦੇ ਉਸ ਵਕਤ ਇਹਨੇ ਮੂੰਹ ਫੇਰ ਲਿਆ। ਸਤਿਗੁਰਾਂ ਦੀ ਲਿਖੀ ਹੁੰਡੀ ਵੇਖ ਕੇ ਪੈਸੇ ਨਹੀਂ ਦਿੱਤੇ, ਧਨ ਨਹੀਂ ਦਿੱਤਾ ਉਸ ਪੰਡਤ ਨੂੰ। ਹਟਿਓ ਵਿਪਰ ਉਰ ਸੰਕਟ ਪੀਨਾ। ਪੰਡਤ ਬੜਾ ਪਰੇਸ਼ਾਨ ਹੋਇਆ ਵੀ ਗੁਰੂ ਸਾਹਿਬ ਨੇ ਤਾਂ ਬੜੇ ਭਰੋਸੇ ਨਾਲ ਭੇਜਿਆ ਸੀ, ਪਰ ਭਾਈ ਗੰਗੋ ਨੇ ਮੈਨੂੰ ਪੈਸੇ ਨਹੀਂ ਦਿੱਤੇ। ਸ਼੍ਰੀ ਗੁਰ ਅਮਰਦਾਸ ਕੇ ਪਾਸ। ਇਹ ਫਿਰ ਮੁੜ ਕੇ ਵਾਪਸ ਆਇਆ ਦਿੱਲੀੋਂ ਗੋਇੰਦਵਾਲ ਸਾਹਿਬ ਸਤਿਗੁਰਾਂ ਦੇ ਚਰਨਾਂ ਵਿੱਚ। ਆਇਓ ਛੂਛਾ ਭਇਓ ਨਿਰਾਸ। ਖਾਲੀ ਹੱਥ ਆਇਆ ਤੇ ਬੜਾ ਨਿਰਾਸ਼ ਹੋਇਆ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਆ ਕੇ ਸਾਰੀ ਗੱਲ ਦੱਸੀ। ਅੰਤਰਜਾਮੀ ਸਭ ਕੁਝ ਜਾਣਾ। ਅੰਤਰਜਾਮੀ ਪਾਤਸ਼ਾਹ ਨੇ ਹੁਣ ਸਭ ਕੁਝ ਜਾਣ ਲਿਆ। ਗੰਗੋ ਪਾਏ ਦਰਬ ਅਭਿਮਾਨਾ। ਮਹਾਰਾਜ ਜੀ ਜਾਣ ਗਏ ਵੀ ਗੰਗੋ ਨੂੰ ਹੁਣ ਪੈਸਾ ਮਿਲ ਗਿਆ। ਜਦੋਂ 4 ਪੈਸੇ ਕਿਸੇ ਕੋਲ ਆ ਜਾਣ, ਹੰਕਾਰੀ ਹੋ ਜਾਂਦਾ ਬੰਦਾ, ਤੇ 4 ਪੈਸੇ ਆ ਗਏ ਨੇ ਹੁਣ ਗੰਗੋ ਦੇ ਕੋਲ, ਤੇ ਇਹਦੇ ਮਨ ਦੇ ਵਿੱਚ ਹੰਕਾਰ ਆ ਗਿਆ, ਅਭਿਮਾਨ ਆ ਗਿਆ ਹੈ। ਕਰਿਓ ਵਿਚਾਰਨ ਦਰਬ ਸੁਭਾਏ। ਮਾਇਆ ਦਾ ਸੁਭਾਵ ਸਤਿਗੁਰੂ ਜੀ ਕਹਿੰਦੇ ਹੁੰਦਾ ਹੀ ਐਸਾ ਹੈ ਵੀ ਇਹ ਮਾਇਆ ਜਿਹੜੀ ਹੈ ਜਿਹਦੇ ਕੋਲ ਆ ਜੇ ਉਹਦੀ ਮੱਤ ਤੇ ਪਰਦਾ ਪਾ ਦਿੰਦੀ। ਮਾਇਆ ਧਾਰੀ ਆ ਤੰਨਾ ਬੋਲਾ, ਸ਼ਬਦ ਨਾ ਸੁਣੀ ਬੋ ਰੋਲ ਘਚੋਲੇ ਵਾਲੀ ਹਾਲਤ ਉਹਦੀ ਬਣਦੀ ਹੈ। ਜਿਸ ਟਿਗ ਆਵੇ ਸੁਧ ਤਿਸ ਜਾਏ। ਜਿਹਦੇ ਕੋਲ ਆ ਜੇ ਉਹਦੀ ਮੱਤ ਨੂੰ ਭਰਮਾ ਕੇ ਰੱਖ ਦਿੰਦੀ। ਇਹ ਮਾਇਆ ਹੁੰਦੀ ਐਸੀ ਹੈ, ਜਿਹਦੇ ਕੋਲ ਆ ਜਾਵੇ ਉਹਨੂੰ ਹੰਕਾਰੀ ਬਣਾ ਦਿੰਦੀ, ਉਹਦੇ ਹੋਸ਼ ਚਲੇ ਜਾਂਦੇ ਨੇ। ਗੁਰ ਪਰਮੇਸ਼ਰ ਬੀਸਰ ਜੈ, ਲਾਲਚ ਲਗੇ ਕਸ਼ਟ ਕੋ ਪੈ ਹੈ। ਇੱਥੇ ਹੀ ਬਸ ਨਹੀਂ ਵੀ ਜਿਹਦੇ ਕੋਲੇ ਮਾਇਆ ਆ ਜੇ ਉਹਨੂੰ ਗੁਰੂ ਪਰਮੇਸ਼ਰ ਵੀ ਭੁੱਲ ਜਾਂਦਾ, ਜਿਵੇਂ ਗੰਗੋ ਨੂੰ ਭੁੱਲ ਗਿਆ ਉਹ ਦਿਨ ਜਦੋਂ ਸਾਡੇ ਕੋਲ ਆ ਕੇ ਮਿੰਨਤਾਂ ਕਰਦਾ ਸੀ। ਹੁਣ ਧਨ ਆ ਗਿਆ ਤੇ ਇਹਨੂੰ ਗੁਰੂ ਵੀ ਭੁੱਲ ਗਿਆ ਤੇ ਪਰਮੇਸ਼ਰ ਵੀ ਵਿਸਰ ਗਿਆ। ਲਾਲਚ ਲੱਗ ਕੇ ਹੁਣ ਕਸ਼ਟ ਪਾਵੇਗਾ। ਕਰੇ ਬਾਵਰਾ ਸੁਰਤ ਵਿਸਾਰੇ। ਇਹ ਮਾਇਆ ਬਾਵਰਾ ਕਰ ਦਿੰਦੀ ਹੈ, ਬੰਦੇ ਨੂੰ ਸੁਰਤ ਵਿਲਾ ਵਿਸਾਰ ਦਿੰਦੀ ਹੈ। ਯੋਗ ਅਯੋਗ ਨ ਬਹੁਰ ਵਿਚਾਰੈ। ਫਿਰ ਉਹ ਯੋਗ ਕੀ ਹੈ ਤੇ ਅਯੋਗ ਕੀ ਹੈ ਇਹਦੀ ਵਿਚਾਰ ਵੀ ਨਹੀਂ ਕਰ ਸਕਦਾ। ਇਮ ਲਖ ਦਿਜ ਕੋ ਦਰਬ ਦਿਵਾਇਓ। ਮਹਾਰਾਜ ਜੀ ਨੇ ਖਜ਼ਾਨੇ ਆਪਣੇ ਚੋਂ ਮਾਇਆ ਦਵਾ ਦਿੱਤੀ। ਖਜ਼ਾਨਚੀ ਨੂੰ ਕਿਹਾ ਭਾਈ ਮਾਇਆ ਦੇ ਦਿਓ ਪੰਡਤ ਨੂੰ 50 ਰੁਪਏ, ਇਹਦੇ ਕੰਮ ਇੰਨੇ ਕੁ ਚ ਸਬਰ ਜਾਣੇ ਨੇ।
ਤੇ ਸਤਿਗੁਰਾਂ ਨੇ ਆਪਣੇ ਖਜ਼ਾਨੇ ਚੋਂ ਮਾਇਆ ਜਿਹੜੀ ਪੰਡਤ ਜੀ ਨੂੰ ਦਵਾ ਦਿੱਤੀ। ਕੰਨਿਆ ਵਿਆਹ ਕਰਿਓ ਹਰ ਖਾਇਓ। ਉਹ ਪੰਡਤ ਜੀ ਨੇ ਬੜੀ ਖੁਸ਼ੀ ਨਾਲ ਜਾ ਕੇ ਘਰ ਵਿੱਚ ਆਪਣੀ ਲੜਕੀ ਦੀ ਸ਼ਾਦੀ ਕੀਤੀ। ਤਿਸ ਦਿਨ ਤੇ ਗੰਗੋ ਕੋ ਦਰਬ। ਉਸ ਦਿਨ ਤੋਂ ਬਾਅਦ ਜਦੋਂ ਗੁਰੂ ਸਾਹਿਬ ਨੇ ਮੂੰਹ ਫੇਰ ਲਿਆ ਨਾ ਹੁਣ ਗੰਗੋ ਤੋਂ, ਕਿਉਂਕਿ ਗੰਗੋ ਨੇ ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਚਨ ਨਹੀਂ ਪਾਲਿਆ, ਸਤਿਗੁਰਾਂ ਦੀ ਹੁੰਡੀ ਮੋੜ ਦਿੱਤੀ ਤੇ ਪੈਸੇ ਨਹੀਂ ਦਿੱਤੇ ਪੰਡਤ ਨੂੰ। ਉਸ ਵੇਲੇ ਕਹਿੰਦੇ ਉਸੇ ਦਿਨ ਤੋਂ ਗੰਗੋ ਦੀ ਜਿਹੜੀ ਧਨ ਦੇ ਵਿੱਚ ਪਹਿਲਾਂ ਬੜਾ ਪ੍ਰਬਲ ਹੋ ਗਿਆ ਸੀ, ਬੜਾ ਧਨਵਾਨ ਹੋ ਗਿਆ ਸੀ, ਉਸੇ ਦਿਨ ਤੋਂ ਫਿਰ ਘਾਟਾ ਪੈਣਾ ਸ਼ੁਰੂ ਹੋਣ ਲੱਗਾ। ਜਾਤ ਜਾਤ ਬਿਨ ਸਿਓ ਪੁਨ ਸਰਬ। ਕਹਿੰਦੇ ਇਹੋ ਜਿਹਾ ਗਿਆ ਵੀ ਜਾਂਦਾ ਜਾਂਦਾ ਜਿੰਨਾ ਧਨ ਸੀ ਗੰਗੋ ਦਾ ਪਹਿਲਾਂ ਬਣਿਆ ਹੋਇਆ ਸਭ ਚਲਾ ਗਿਆ, ਫਿਰ ਬੜਾ ਵੱਡਾ ਘਾਟਾ ਪੈ ਗਿਆ। ਥੋਰਨ ਦਿਨ ਮੈਂ ਰੰਕ ਪਇਓ ਹੈ। ਥੋੜੇ ਦਿਨਾਂ ਵਿੱਚ ਹੀ ਰੰਕ ਬਣ ਗਿਆ, ਭਿਖਾਰੀ ਬਣ ਗਿਆ ਗੰਗੋ, ਕਿੱਡਾ ਸ਼ਾਹੂਕਾਰ ਬਣ ਗਿਆ ਸੀ ਦਿੱਲੀ 'ਚ। ਪਰ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਂ ਤੇ ਦਸਵੰਧ ਵੀ ਨਹੀਂ ਕੱਢਿਆ ਤੇ ਸਤਿਗੁਰਾਂ ਦੇ ਨਾਂ ਤੇ 10ਵਾਂ ਹਿੱਸਾ ਵੀ ਦੇਣ ਤੋਂ ਇਨਕਾਰ ਮੁਨਕਰ ਹੋ ਗਿਆ, 50 ਰੁਪਏ ਨਹੀਂ ਦੇ ਸਕਿਆ ਤੇ ਸਾਰਾ ਹੀ ਜਾਂਦਾ ਰਿਹਾ, ਸਭ ਕੁਝ ਖਤਮ ਹੋ ਗਿਆ, ਭਿਖਾਰੀਆਂ ਵਾਲੀ ਹਾਲਤ ਹੋ ਗਈ ਗੰਗੋ ਦੀ। ਤਬ ਨਿਜ ਔਗਣ ਜਾਣ ਲਿਓ ਹੈ। ਇਹਨੇ ਸਮਝ ਲਿਆ ਵੀ ਮੇਰੇ ਕੋਲੋਂ ਔਗਣ ਹੋਇਆ, ਮੇਰੇ ਕੋਲੋਂ ਬੜਾ ਵੱਡਾ ਅਪਰਾਧ ਹੋਇਆ। ਸਤਿਗੁਰ ਤੇ ਬੇਮੁਖ ਮੈਂ ਪਇਓ। ਜਾਂ ਤੇ ਦਰਬ ਸਰਬ ਹਰ ਗਇਓ। ਸਮਝ ਆ ਗਈ ਗੰਗੋ ਨੂੰ ਵੀ ਮੈਂ ਗੁਰੂ ਤੋਂ ਬੇਮੁਖ ਹੋਇਆ ਤਾਂ ਮੇਰੇ ਕੋਲੋਂ ਇਹ ਸਾਰਾ ਧਨ ਜਾਂਦਾ ਰਿਹਾ, ਤਾਂ ਮੇਰੀ ਇਹ ਦੁਰਦਸ਼ਾ ਹੋਈ ਹੈ। ਤਿੰਨ ਬਿਨ ਕੌਣ ਸਹਾਇਕ ਮੇਰਾ। ਉਚਿਤ ਮੋਏ ਬਨ ਬੋਹਬ ਚੇਰਾ। ਸੋਚਦਾ ਵੀ ਹੁਣ ਉਹਨਾਂ ਤੋਂ ਬਿਨਾ ਮੇਰੀ ਕਿਸੇ ਦੀ ਬਾਹ ਫੜਨੀ, ਹੁਣ ਉਹਨਾਂ ਤੋਂ ਬਿਨਾ ਮੇਰਾ ਸਹਾਇਰਾ ਕੋਈ ਨਹੀਂ, ਹੁਣ ਮੈਂ ਉਹਨਾਂ ਦਾ ਚੇਰਾ ਬਣਾ, ਉਹਨਾਂ ਦਾ ਦਾਸ ਬਣ ਕੇ ਆਪਣੀ ਭੁੱਲ ਬਖਸ਼ਾਵਾਂ। ਸਭ ਬਿਦ ਸੇਵਾ ਕਰੋ ਗੁਸਾਈ। ਫੇਰੋ ਵੱਡਨੀ ਤਿੰਨ ਦਰ ਜਾਈ। ਹੁਣ ਤਾਂ ਸਭ ਪ੍ਰਕਾਰ ਕਰਕੇ ਮੈਂ ਉਹਨਾਂ ਦੀ ਸੇਵਾ ਕਰਾਂ, ਇੱਥੋਂ ਤੱਕ ਵੀ ਹੁਣ ਤੇ ਉਹਨਾਂ ਦੇ ਦਰਵਾਜ਼ੇ ਤੇ ਜਾ ਕੇ ਮੈਂ ਝਾੜੂ ਫੇਰਾਂ ਤਾਂ ਜੋ ਮੇਰੀ ਇਹ ਭੁੱਲ ਬਖਸ਼ੀ ਜਾਵੇ। ਸਿਰ ਧਰ ਜਲ ਢੋਵੋ ਚਿਰਕਾਲ। ਕਰੋ ਸੇਵ ਇਤਿਆਦ ਵਿਸਾਲ। ਸਿਰ ਤੇ ਧਰ ਕੇ ਪਾਣੀ ਦਾ ਘੜੇ ਭਰ ਭਰ ਕੇ ਢੋਵਾਂ ਉੱਥੇ ਗੁਰੂ ਸਾਹਿਬ ਦੇ ਦਰਬਾਰ ਵਿੱਚ ਜਾ ਕੇ, ਔਰ ਉਹਨਾਂ ਦੇ ਦਰਬਾਰ ਦੀ ਸੇਵਾ ਕਰਾਂ ਤਾਂ ਮੇਰਾ ਇਹ ਗੁਨਾਹ, ਮੇਰਾ ਇਹ ਵੱਡਾ ਅਪਰਾਧ ਬਖਸ਼ਿਆ ਜਾਵੇਗਾ। ਦਿੱਲੀਪੁਰ ਤੇ ਨਿਕਸਿਓ ਚੋਰੀ। ਏਦਾਂ ਗੰਗੋ ਉਸ ਵੇਲੇ ਦਿੱਲੀ ਤੋਂ ਚੱਲ ਪਿਆ। ਤੂਰਨ ਪੰਥ ਆਏ ਗੁਰ ਔਰੀ। ਬੜੀ ਛੇਤੀ ਨਾਲ ਕਾਹਲੀ ਨਾਲ ਚੱਲਦਾ ਸਤਿਗੁਰਾਂ ਦੇ ਕੋਲ ਆਇਆ ਗੋਇੰਦਵਾਲ ਸਾਹਿਬ। ਇਹਾਂ ਬਾਪਿਕਾ ਹੋਵਤ ਤਿਆਰੀ। ਜਦੋਂ ਇਹ ਆਇਆ ਉਦੋਂ ਬੌਲੀ ਸਾਹਿਬ ਦੀ ਸੇਵਾ ਹੋ ਰਹੀ ਸੀ ਗੁਰੂ ਘਰ ਦੇ ਵਿੱਚ। ਮਿਲ ਸਭ ਹਿਨ ਮੈਂ ਲਾਗੇ ਉਕਾਰੀ। ਬਸ ਫਿਰ ਲੱਗ ਗਿਆ ਸੇਵਾ ਦੇ ਵਿੱਚ, ਸਾਰਿਆਂ ਵਿੱਚ ਮਿਲ ਕੇ ਬੌਲੀ ਸਾਹਿਬ ਦੀ ਸੇਵਾ ਕਰਨ ਲੱਗਾ। ਸਿੱਧਾ ਗੁਰੂ ਜੀ ਨੇ ਨਹੀਂ ਮਿਲਿਆ, ਆ ਕੇ ਸੇਵਾ ਵਿੱਚ ਲੱਗ ਗਿਆ ਵੀ ਹੁਣ ਤਾਂ ਗੁਰੂ ਜੀ ਆਪ ਹੀ ਕਿਰਪਾ ਕਰਕੇ ਸੱਦਣ, ਮੈਂ ਤਾਂ ਉਹਨਾਂ ਨੂੰ ਆਪਣਾ ਮੂੰਹ ਵਿਖਾਣ ਜੋਗਾ ਨਹੀਂ ਰਿਹਾ। ਤੇ ਕਹਿੰਦੇ ਸੇਵਾ ਵਿੱਚ ਲੱਗ ਗਿਆ, ਬੌਲੀ ਸਾਹਿਬ ਦੀ ਸੇਵਾ ਵਿੱਚ ਜੁੜ ਗਿਆ। ਅੰਤਰਜਾਮੀ ਸਭ ਕਿਛ ਜਾਣਾ। ਕਿ ਅੰਤਰਜਾਮੀ ਗੁਰੂ ਅਮਰਦਾਸ ਸਾਹਿਬ ਤਾਂ ਹੁਣ ਸਭ ਕੁਝ ਜਾਣਦੇ ਨੇ। ਢਿੱਗ ਹਕਾਰ ਨੇ ਕਛੂ ਬਖਾਨਾ। ਸਤਿਗੁਰੂ ਜੀ ਨੇ ਵੀ ਇਹਨੂੰ ਆਪਣੇ ਕੋਲ ਨਹੀਂ ਸੱਦਿਆ, ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਇਹਨੂੰ ਆਪਣੇ ਕੋਲ ਨਹੀਂ ਬੁਲਾਇਆ। ਜਾਣਦੇ ਤਾਂ ਹਨ ਵੀ ਆ ਗਿਆ, ਪਰ ਮਹਾਰਾਜ ਜੀ ਨੇ ਇਹਨੂੰ ਆਪਣੇ ਕੋਲ ਨਹੀਂ ਬੁਲਾਇਆ। ਬਹੁਤ ਮੋਲ ਕੇ ਵਸਤਰਨ ਮਾਏ। ਬੜੇ ਕੀਮਤੀ ਕੱਪੜੇ ਗੰਗੋ ਨੇ ਸਰੀਰ ਤੇ ਪਾਏ ਹੋਏ ਸਨ। ਬਾਂਦੇ ਈਟ ਪੀਟ ਧਰ ਜਾਏ। ਇੱਟਾਂ ਬੰਨ ਕੇ ਨਾ ਪੰਡ ਭਰ ਕੇ ਇੱਟਾਂ ਦੀਆਂ ਪਿੱਠ ਤੇ ਰੱਖ ਕੇ ਜਾਂਦਾ। ਬੌਲੀ ਸਾਹਿਬ ਦੀ ਚੜਾਈ ਹੋ ਰਹੀ ਸੀ ਤੇ ਇੱਟਾਂ ਬੰਨ ਕੇ ਭਰ ਕੇ ਪਿੱਠ ਤੇ ਰੱਖ ਕੇ ਜਾਂਦਾ ਹੈ। ਲੋਕ ਲਾਜ ਕੁਲ ਰੀਤ ਮਹਾਨਾ। ਜਿੰਨੀ ਲੋਕ ਲਾਜ ਸੀ, ਕੁਲ ਰੀਤ ਜਿਹੜੀਆਂ ਸਾਰੀਆਂ ਜਿਹੜੀਆਂ ਨੇ ਲੋਕ ਲਾਜ ਲੱਜਾ, ਉਹ ਸਭ ਤਿਆਗ ਦਿੱਤੀ। ਖਾਨ ਪਾਨ ਆਦਿਕ ਤਜ ਗਿਆਨਾ। ਇੱਥੋਂ ਤੱਕ ਵੀ ਖਾਣਾ ਪੀਣਾ ਵੀ ਭੁੱਲ ਗਿਆ ਇਹਨੂੰ, ਬਸ ਸੇਵਾ ਵਿੱਚ ਹੀ ਲੱਗਾ ਭਾਈ ਗੰਗੋ।
ਖਾਣ ਪੀਣ ਵੀ ਇਹਨੇ ਆਪਣਾ ਤਿਆਗ ਦਿੱਤਾ। ਬਾਪੀ ਕਾਰ ਬਿਖੇਰੇ ਲਾਗਾ, ਹਰ ਵੇਲੇ ਬੌਲੀ ਸਾਹਿਬ ਦੀ ਸੇਵਾ ਵਿੱਚ ਲੱਗਾ ਰਹਿੰਦਾ ਹੈ। ਸਭ ਸੁਧ ਭੂਲ ਪ੍ਰੇਮ ਰਸ ਪਾਗਾ, ਸਾਰੀ ਸੁੱਧ ਭੁਲਾ ਕੇ ਬਸ ਇੱਕ ਸਤਿਗੁਰਾਂ ਦੇ ਪ੍ਰੇਮ ਰਸ ਵਿੱਚ ਹੀ ਜੁੜਿਆ ਹੋਇਆ ਹੈ। ਕੈਸੋ ਕਹੇ ਨ ਸੁਨਹਿ ਬਾਤ, ਨਾ ਕਿਸੇ ਨਾਲ ਕੋਈ ਗੱਲ ਕਹਿੰਦਾ ਹੈ ਤੇ ਨਾ ਹੀ ਕਿਸੇ ਦੀ ਕੋਈ ਗੱਲ ਸੁਣਦਾ ਹੈ। ਸੇਵਾ ਕੇ ਤਤ ਪਰ ਦਿਨ ਰਾਤ, ਰਾਤ ਦਿਨ ਸਤਿਗੁਰੂ ਜੀ ਦੀ ਸੇਵਾ ਇੱਕ ਕਰਕੇ ਕਰੀ ਜਾਂਦਾ, ਮਨ ਇੱਕ ਕਰਕੇ ਕਰੀ ਜਾਂਦਾ ਹੈ। ਗੁਰ ਸੇਵਾ ਕੋ ਤਪ ਅਸ ਕੀਨਾ, ਸਤਿਗੁਰਾਂ ਦੀ ਸੇਵਾ ਦਾ ਬੜਾ ਵੱਡਾ ਤਪ ਹੈ। ਸਾਰੇ ਤਪਾਂ ਚੋਂ ਵੱਡਾ ਤਪ ਹੈ ਗੁਰੂ ਕੀ ਸੇਵਾ, ਤੇ ਉਹ ਤਪ ਕੀਤਾ ਭਾਈ ਗੰਗੋ ਨੇ। ਜਗ ਵਿਵਹਾਰ ਛੋੜ ਸਭ ਦੀਨਾ, ਦੁਨੀਆ ਦੇ ਸਾਰੇ ਵਿਵਹਾਰ ਛੱਡ ਕੇ ਆਇਆ ਵੀ ਪਿੱਛੇ ਮੇਰਾ ਕੰਮ ਕੀ ਹੋਵੇਗਾ, ਕੀ ਬਣੇਗਾ, ਸਭ ਕੁਝ ਭੁਲਾ ਕੇ ਛੱਡ ਕੇ ਗੁਰੂ ਕੀ ਸੇਵਾ ਕਰ ਰਿਹਾ ਹੈ। ਹੋਤ ਪਇਓ ਉਤਸ਼ਾਹ ਵਿਸਾਲਾ, ਮਨ 'ਚ ਬੜਾ ਭਾਰੀ ਉਤਸ਼ਾਹ ਜਾਗਿਆ ਭਾਈ ਗੰਗੋ ਦੇ ਸੇਵਾ ਕਰਦਿਆਂ। ਅੰਤਰ ਬ੍ਰਿਤ ਟਿਕ ਗਈ ਤਿਸ ਕਾਲਾ, ਸੇਵਾ ਕਰਦਿਆਂ ਕਰਦਿਆਂ ਕਲਾ ਅੱਜ ਹੋਰ ਕੱਲ ਹੋਰ, ਕਹਿੰਦੇ ਮਨ ਦੀਆਂ ਬਿਰਤੀਆਂ ਟਿਕਣ ਲੱਗ ਪਈਆਂ। ਅੰਦਰੋਂ ਮਨ ਦੀ ਬਿਰਤੀ ਟਿਕਣ ਲੱਗੀ ਸੇਵਾ ਕਰਦਿਆਂ। ਪ੍ਰੇਮ ਪ੍ਰਵਾਹ ਬਯੋਰ ਮਾਈ, ਹਿਰਦੇ ਵਿੱਚ ਪ੍ਰੇਮ ਦਾ ਭਾਰੀ ਪ੍ਰਵਾਹ ਜਿਹੜਾ ਹੈ ਉਹ ਵਹਿੰਦਾ ਜਾ ਰਿਹਾ ਹੈ। ਚਿੰਤਾ ਕਸ਼ਟ ਤ੍ਰਿਣ ਠਹਿਰਿਓ ਨਾਈ, ਤੇ ਚਿੰਤਾ ਤੇ ਕਸ਼ਟ ਦਾ ਜਿਹੜਾ ਘਾਹ ਦੇ ਕਿਣਕੇ ਉਹ ਅੰਦਰ ਠਹਿਰੇ ਨਹੀਂ। ਸਾਰੀ ਚਿੰਤਾ ਫਿਕਰ ਅੰਦਰੋਂ ਜਾਂਦਾ ਰਿਹਾ। ਇੱਕ ਗੁਰੂ ਕੀ ਸੇਵਾ ਹੀ ਮੁੱਖ ਰੱਖੀ ਹੋਈ ਔਰ ਸੇਵਾ ਹੀ ਕਰੀ ਜਾ ਰਿਹਾ, ਅੰਦਰ ਮਨ ਟਿਕ ਗਿਆ ਹੋਇਆ ਹੈ। ਜਿਉਂ ਜਿਉਂ ਸੁਖ ਪ੍ਰਾਪਤ ਪਾਉਰ ਕੋ, ਕਹਿੰਦੇ ਜਿਵੇਂ ਜਿਵੇਂ ਸੇਵਾ ਕਰਦਾ ਭਾਈ ਗੰਗੋ ਤਿਵੇਂ ਤਿਵੇਂ ਦੇ ਮਨ ਨੂੰ ਸੁਖ ਮਿਲਦਾ ਹੈ, ਅੰਦਰੋਂ ਸੁਖ ਦੀ ਪ੍ਰਾਪਤੀ ਹੁੰਦੀ ਹੈ। ਤਿਉਂ ਤਿਉਂ ਸੇਵ ਪ੍ਰੇਮ ਭਾ ਗੁਰ ਕੋ, ਜਿਵੇਂ ਜਿਵੇਂ ਸੁਖ ਮਿਲਦਾ ਤਿਵੇਂ ਤਿਵੇਂ ਹੋਰ ਪ੍ਰੇਮ ਨਾਲ ਸੇਵਾ ਕਰਦਾ ਹੈ। ਮਨ ਮੈਂ ਮੂਰਤ ਅਚਲ ਟਿਕਾਈ, ਗੁਰੂ ਸਾਹਿਬ ਦੀ ਅਚਲ ਮੂਰਤ ਆਪਣੇ ਮਨ ਦੇ ਵਿੱਚ ਭਾਈ ਗੰਗੋ ਨੇ ਟਿਕਾ ਲਈ ਹੈ। ਕਬਹੂ ਵੈਰ ਪਿਖੇ ਗੁਰ ਤਾਈ, ਤੇ ਕਹਿੰਦੇ ਜਿਹੜੀ ਮੂਰਤ ਅੰਦਰ ਟਿਕੀ ਹੈ ਜਦੋਂ ਨੇਤਰ ਖੋਲਦਾ ਤੇ ਬਾਹਰ ਵੀ ਉਹੀ ਮੂਰਤ ਨੂੰ ਵੇਖਦਾ ਹੈ। ਧੰਨ ਗੁਰੂ ਅਮਰਦਾਸ ਸਾਹਿਬ ਦੀ ਮੂਰਤ ਅੰਦਰ ਵੀ ਵਸਦੀ ਹੈ ਤੇ ਕਦੇ ਅੱਖਾਂ ਖੋਲ ਕੇ ਬਾਹਰ ਵੀ ਮਹਾਰਾਜ ਜੀ ਦੇ ਦਰਸ਼ਨ ਕਰਦਾ ਹੈ। ਨਿਸ ਦਿਨ ਧਿਆਨ ਟਿਕਾਇਓ ਕੈਸੇ, ਰਾਤ ਦਿਨ ਸਤਿਗੁਰਾਂ ਦੀ ਮੂਰਤ ਵਿੱਚ ਆਪਣਾ ਧਿਆਨ ਟਿਕਾ ਲਿਆ। ਆਪਣੀ ਸੁਰਤੀ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਰਾਤ ਦਿਨ ਇੱਕ ਕਰਕੇ ਟਿਕਾ ਲਈ ਹੈ। ਜੋਗੀ ਕੀ ਸਮਾਧ ਹੋਏ ਜੈਸੇ, ਖਾਲਸਾ ਜੀ ਇਹੋ ਜਿਹਾ ਧਿਆਨ ਜੁੜਿਆ ਅੰਦਰ ਕਿ ਜਿਵੇਂ ਇੱਕ ਯੋਗੀ ਦੀ ਸਮਾਧੀ ਲੱਗਦੀ ਹੈ ਨਾ, ਤੇ ਸਮਾਧੀ ਵਿੱਚ ਜਿਵੇਂ ਉਹ ਇੱਕ ਰਸ ਸੁਰਤ ਉਹਦੀ ਟਿਕ ਜਾਂਦੀ ਹੈ, ਏਦਾਂ ਭਾਈ ਗੰਗੋ ਦੀ ਸੁਰਤ ਅੰਦਰ ਟਿਕੀ ਹੋਈ ਹੈ। ਅਤਸ਼ੈ ਖੈਂਚ ਪ੍ਰੇਮ ਜਬ ਕੀਨ, ਬੜਾ ਭਾਰੀ ਪ੍ਰੇਮ। ਤੇ ਕਹਿੰਦੇ ਜਦੋਂ ਅਤਸ਼ੈ ਪ੍ਰੇਮ ਦੀ ਖਿੱਚ ਗੁਰੂ ਅਮਰਦਾਸ ਸਾਹਿਬ ਜੀ ਨੂੰ ਪਈ, ਮਹਾਰਾਜ ਜੀ ਤਾਂ ਪ੍ਰੇਮ ਦੀਆਂ ਡੋਰਾਂ ਵਿੱਚ ਬੱਝੇ ਜਾਂਦੇ ਨੇ ਨਾ, ਤੇ ਕਹਿੰਦੇ ਜਦੋਂ ਭਾਈ ਗੰਗੋ ਦੇ ਅੰਦਰ ਦੇ ਪ੍ਰੇਮ ਨੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਖਿੱਚ ਪਾਈ, ਰਹਿਓ ਗਇਓ ਨੇ ਗੁਰੂ ਪ੍ਰਵੀਨ, ਫਿਰ ਮੇਰੇ ਸਤਿਗੁਰਾਂ ਕੋਲੋਂ ਵੀ ਨਾ ਰਹਿ ਗਿਆ। ਜਦੋਂ ਪ੍ਰੇਮ ਦੀ ਖਿੱਚ ਪਾਈ ਨਾ ਭਾਈ ਗੰਗੋ ਨੇ ਸੇਵਾ ਕਰਦਿਆਂ, ਇੱਕ ਰੂਪ ਹੀ ਹੋ ਗਿਆ, ਸੇਵਾ ਦਾ ਰੂਪ ਹੀ ਹੋ ਗਿਆ। ਫਿਰ ਮੇਰੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਕੋਲੋਂ ਵੀ ਨਾ ਰਹਿ ਗਿਆ। ਦਾਸਨ ਕੇ ਬਸ ਬਿਰਦ ਸੰਭਾਰਾ, ਸਤਿਗੁਰੂ ਜੀ ਜਿਹੜੇ ਆਪਣੇ ਦਾਸਾਂ ਦੇ ਨਾਲ ਨੇ ਔਰ ਦਾਸਾਂ ਦਾ ਪਾਲਣਾ ਇਹ ਬਿਰਦ ਮਹਾਰਾਜ ਜੀ ਨੇ ਸੰਭਾਲਿਆ। ਵਸੀ ਪ੍ਰੇਮ ਤੇ ਨਿਕਟ ਹਕਾਰਾ, ਪ੍ਰੇਮ ਦੇ ਵਸੀਕਾਰ ਹੋ ਕੇ ਸਤਿਗੁਰਾਂ ਨੇ ਹੁਕਮ ਕੀਤਾ ਵੀ ਭਾਈ ਗੰਗੋ ਨੂੰ ਸਾਡੇ ਕੋਲ ਲਿਆਓ ਸੱਦ ਕੇ। ਭਾਈ ਗੰਗੋ ਨੂੰ ਆਪਣੇ ਕੋਲ ਬੁਲਾਇਆ। ਮੁਸਕਾਨੇ ਗੁਰਬਾਕ ਬਖਾਨਾ, ਗੰਗੋ ਸ਼ਾਹ ਆਓ ਦੁਖਾਨਾ। ਭਾਈ ਗੰਗੋ ਜੀ ਸੁਣ ਕੇ ਬੜੀ ਤੇਜ਼ੀ ਨਾਲ ਸਤਿਗੁਰਾਂ ਦੇ ਚਰਨਾਂ ਚ ਆਏ, ਤੇ ਜਦੋਂ ਆਏ ਤੇ ਮਹਾਰਾਜ ਜੀ ਨੇ ਵੇਖ ਕੇ ਆਖਿਆ, ਆਓ ਭਾਈ ਗੰਗੋ ਸ਼ਾਹ। ਹੁਣ ਜਿਹਨੂੰ ਮੇਰੇ ਸਤਿਗੁਰਾਂ ਨੇ ਸ਼ਾਹ ਕਹਿ ਦਿੱਤਾ ਹੋਵੇ ਉਹ ਤਾਂ ਸ਼ਾਹੂਕਾਰ ਹੋਵੇਗਾ ਹੀ ਨਾ। ਮਹਾਰਾਜ ਸੱਚੇ ਪਾਤਸ਼ਾਹ ਰੀਝ ਪਏ ਤੇ ਕਹਿੰਦੇ, ਆਓ ਭਾਈ ਗੰਗੋ ਸ਼ਾਹ ਜੀ ਆ ਜਾਓ। ਪਦ ਪੰਕਜ ਪਰ ਸਿਰ ਨਿਜ ਤਰਿਓ, ਬਹੁਰ ਜੋਰ ਕਰ
ਆਗੇ ਖਰਿਓ। ਨਮਸਕਾਰ ਕੀਤੀ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕ ਕੇ ਭਾਈ ਗੰਗੋ ਸਤਿਗੁਰਾਂ ਦੇ ਸਾਹਮਣੇ ਖਲੋ ਗਿਆ। ਮਾਇਆ ਮਗਨ ਬਿਮੁਖ ਮੈਂ ਪਇਓ, ਆਪਣੋ ਜਾਨ ਬਖਸ਼ ਕਰ ਲਿਓ। ਕਹਿਣ ਲੱਗਾ ਪਾਤਸ਼ਾਹ ਮਾਇਆ ਦੇ ਨਸ਼ੇ 'ਚ ਮਸਤ ਹੋਇਆ ਮੈਂ ਤੁਹਾਡੇ ਤੋਂ ਬੇਮੁਖ ਹੋ ਗਿਆ ਸੀ, ਪਰ ਤੁਸੀਂ ਬੜਾ ਤਰਸ ਕੀਤਾ ਹੈ, ਮੈਨੂੰ ਆਪਣਾ ਜਾਣ ਕੇ ਰੱਖ ਲਿਆ ਹੈ, ਮੈਨੂੰ ਆਪਣਾ ਜਾਣ ਕੇ ਆਪਣਾ ਬਣਾ ਲਿਆ ਹੈ। ਸੁਨ ਸਤਿਗੁਰ ਕਰਨਾ ਰਸ ਢਰੇ, ਤਤ ਛਿਨ ਮੈਂ ਨਿਹਾਲ ਤਿਸ ਕਰੇ। ਸੁਣ ਕੇ ਸਤਿਗੁਰੂ ਜੀ ਕਰੁਣਾ ਰਸ ਵਿੱਚ ਆਏ, ਤਤ ਛਿਨ ਵੇਖਿਆ ਕਿਰਪਾ ਭਰੀ ਨਿਗਾਹ ਨਾਲ ਤੇ ਭਾਈ ਗੰਗੋ ਸ਼ਾਹ ਨੂੰ ਨਿਹਾਲ ਕਰ ਦਿੱਤਾ ਹੈ। ਬਸਤਰ ਬਿਸਦ ਪਹਿਰਾਏ ਨਵੀਨ, ਮਸਤਕ ਪਰ ਨਿਜ ਕਰ ਧਰ ਦੀਨ। ਸਤਿਗੁਰਾਂ ਨੇ ਚਿੱਟੇ ਰੰਗ ਦੇ ਬਸਤਰ ਮੰਗਵਾ ਕੇ ਭਾਈ ਗੰਗੋ ਸ਼ਾਹ ਨੂੰ ਪਵਾਏ ਤੇ ਸਿਰ ਦੇ ਉੱਤੇ ਮੇਰੇ ਸਤਿਗੁਰਾਂ ਨੇ ਆਪਣਾ ਮੇਰਾ ਭਰਿਆ ਹੱਥ ਗੰਗੋ ਸ਼ਾਹ ਦੇ ਰੱਖਿਆ। ਸਤਨਾਮ ਮੁਖ ਮੰਤਰ ਕਹਾਇਓ, ਗੰਗ ਸ਼ਾਹ ਕੈ ਨਾਮ ਬੁਲਾਇਓ। ਸਤਿਗੁਰਾਂ ਨੇ ਸਤ ਨਾਮ ਕਹਿ ਕੇ ਆਖਿਆ ਭਾਈ ਗੰਗੋ ਸ਼ਾਹ ਗੁਰਮੰਤਰ ਜਪ, ਆ ਪਵਿੱਤਰ ਪਾਵਨ ਨਾਮ ਦਾ ਸਿਮਰਨ ਕਰ। ਭੁਗਤ ਮੁਕਤ ਨਿਦ ਸਿਧ ਤੋਏ ਦੀਨੀ, ਗ੍ਰਹਿ ਕੋ ਗਮਨੋ ਆਗਿਆ ਕੀਨੀ। ਤੈਨੂੰ ਭੁਗਤੀ ਵੀ ਦਿੱਤੀ, ਮੁਕਤੀ ਵੀ ਦਿੱਤੀ, ਸਭ ਕੁਝ ਬਖਸ਼ਿਆ, ਹੁਣ ਜਾਓ ਜਾ ਕੇ ਆਪਣੇ ਘਰ ਨੂੰ ਵਾਪਸ ਚਲੇ ਜਾਓ। ਆਪਣੀ ਸੰਗਤ ਕੀਜੇ ਜਾਏ, ਗੁਰ ਸਿੱਖੀ ਕੀ ਰੀਤ ਚਲਾਏ। ਜਾਓ ਜਾ ਕੇ ਹੋਰਾਂ ਨੂੰ ਵੀ ਗੁਰੂ ਕਾ ਸਿੱਖ ਬਣਾਓ, ਸਿੱਖੀ ਦਾ ਪ੍ਰਚਾਰ ਕਰੋ ਔਰ ਸਿੱਖਾਂ ਨੂੰ ਗੁਰੂ ਘਰ ਨਾਲ ਜੋੜੋ। ਜਾਏ ਸਦਨ ਮੈਂ ਸੰਗਤ ਕੀਨ, ਸਤਿਗੁਰ ਨਾਮ ਜਪਾਵਨ ਦੀਨ। ਭਾਈ ਗੰਗੋ ਸ਼ਾਹ ਨੇ ਜਾ ਕੇ ਬਹੁਤ ਸਿੱਖਾਂ ਨੂੰ ਗੁਰੂ ਘਰ ਨਾਲ ਜੋੜਿਆ। ਇਹਨਾਂ ਆਪਣੀ ਸੰਗਤ ਵੱਖਰੀ ਤਿਆਰ ਕੀਤੀ, ਉਹਨਾਂ ਨੂੰ ਗੁਰ ਮੰਤਰ ਦਾ ਜਾਪ ਜਪਾਇਆ, ਗੁਰੂ ਦਾ ਨਾਮ ਜਪਾਇਆ। ਜਿਸ ਕੋ ਬਚਨ ਕਹੇ ਫੁਰ ਜਾਏ, ਹੋਵਤ ਭਏ ਸਿੱਖ ਸਮੁਦਾਏ। ਭਾਈ ਗੰਗੋ ਸ਼ਾਹ ਦੇ ਵਿੱਚ ਗੁਰੂ ਸਾਹਿਬ ਦੀ ਕਲਾ ਵਰਤੀ ਵੀ ਜਿਹੜਾ ਬਚਨ ਰਸਨਾ ਤੋਂ ਕਹਿੰਦੇ ਪੂਰਾ ਹੋ ਜਾਂਦਾ ਹੈ। ਇਸ ਕਰਕੇ ਬਹੁਤ ਸਾਰੇ ਲੋਕ ਭਾਈ ਗੰਗੋ ਸ਼ਾਹ ਨਾਲ ਜੁੜ ਗਏ। ਅਬ ਲਗ ਤਿਸ ਕੇ ਜਾਣੇ ਜਾਏ, ਕਵੀ ਸੰਤੋਖ ਸਿੰਘ ਪੂਰਨ ਧਿਆਏ। ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਹਾਲੇ ਤੱਕ ਭਾਈ ਗੰਗੋ ਨਾਲ ਜੁੜੇ ਹੋਏ ਜਿਹੜੇ ਲੋਕ ਨੇ ਉਹਨਾਂ ਨੂੰ ਗੰਗੂ ਸ਼ਾਹੀ ਕਹਿੰਦੇ ਨੇ। ਹੁਣ ਵੀ ਉਹਨਾਂ ਗੰਗੂ ਸ਼ਾਹੀਆਂ ਦੇ ਕਈ ਥਾਵਾਂ ਤੇ ਡੇਰੇ ਹਨ। ਉਹ ਭਾਈ ਗੰਗੋ ਤੋਂ ਚੱਲੇ, ਫਿਰ ਗੰਗੂ ਸ਼ਾਹੀ ਉਹਨਾਂ ਨੂੰ ਕਿਹਾ ਜਾਣ ਲੱਗਾ ਵੀ ਗੁਰੂ ਘਰ ਦੀ ਹੀ ਇੱਕ ਸੰਪਰਦਾ ਹੈ, ਗੁਰੂ ਘਰ ਵਿੱਚੋਂ ਨਿਕਲਿਆ ਹੋਇਆ ਹੀ ਇੱਕ ਕਲੀ ਕਹਿ ਸਕਦੇ ਹਾਂ। ਬਗੀਚੇ ਗੁਰੂ ਨਾਨਕ ਸਾਹਿਬ ਦੇ ਨੇ ਔਰ ਸਤਿਗੁਰਾਂ ਦੇ ਇਸ ਬਗੀਚੇ ਵਿੱਚ ਖਿੜੇ ਹੋਏ ਵੱਖੋ ਵੱਖਰੀਆਂ ਸੰਪਰਦਾਵਾਂ ਦੇ ਸਭ ਵੱਖੋ ਵੱਖਰੇ ਫੁੱਲ ਨੇ। ਗੁਲਦਸਤਾ ਹੈ ਗੁਰੂ ਨਾਨਕ ਸਾਹਿਬ ਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਏਦਾਂ ਭਾਈ ਗੰਗੋ ਸ਼ਾਹ ਤੇ ਕਿਰਪਾ ਕੀਤੀ ਹੈ। ਹੋਰ ਵੀ ਮੇਰੇ ਸਤਿਗੁਰਾਂ ਦੇ ਦਰ ਘਰ ਦੀ ਪਾਵਨ ਕਥਾ ਆਪ ਜੀ ਅਗਲਿਆਂ ਪ੍ਰਕਰਨਾਂ 'ਚ ਸਰਵਣ ਕਰੋਗੇ।